ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਿਲ ਮਾਤਾ ਸੁਲੱਖਣੀ ਜੀ। ਸਿੱਖ ਕੌਮ ਨੇ ਇਤਿਹਾਸ ਬਣਾਇਆ ਤਾਂ ਬਹੁਤ ਹੈ, ਪਰ ਉਸ ਨੂੰ ਸੰਭਾਲਿਆ ਨਹੀਂ। ਇਸੇ ਲਈ ਸਿੱਖ ਵਿਰੋਧੀ ਤਾਕਤਾਂ ਨੇ ਇਸ ਦੇ ਸੁਨਹਿਰੀ ਇਤਿਹਾਸ ਵਿੱਚ ਇੱਕ ਪਾਸੇ ਮਿਲਾਵਟ ਕਰ ਦਿੱਤੀ ਹੈ ਤੇ ਇਤਿਹਾਸ ਨੂੰ ਨਾ ਮੰਨਣਯੋਗ ਬਣਾਉਣ ਲਈ ਵਾਹ ਪੂਰੀ ਲਾਈ ਹੈ, ਤੇ ਦੂਜੇ ਪਾਸੇ ਅਨੇਕਾਂ ਇਤਿਹਾਸਕ ਜੀਵਨੀਆਂ ਦਾ ਚਰਚਾ ਹੀ ਨਹੀਂ ਕੀਤਾ। ਪ੍ਰੇਮ ਸਿੰਘ ਹੋਤੀ ਦੀ ਇਤਿਹਾਸਕ ਪੁਸਤਕ ਸਰਦਾਰ ਹਰੀ ਸਿੰਘ ਨਲੂਆ ਦਾ ਮੁੱਖ ਬੰਦ ਲਿਖਦਿਆਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ, ਜਿਤਨੀ ਘਾਲ ਇਸ ਪ੍ਰਿਥਵੀ ਦੇ ਤਖਤੇ ਉੱਤੇ ਖਾਲਸਾ ਜੀ ਨੇ ਘਾਲੀ ਹੈ, ਉਤਨੀ ਸ਼ਾਇਦ ਹੀ ਕਿਸੇ ਹੋਰ ਕੌਮ ਨੇ ਇੰਨੇ ਥੋੜੇ ਚਿਰ ਵਿੱਚ ਘਾਲ ਕੇ ਵਿਖਾਈ ਹੋਵੇ। ਪਰ ਜਿੰਨੀ ਬੇਪਰਵਾਹੀ ਇਸ ਨੇ ਆਪਣੇ ਕਾਰਨਾਮਿਆਂ ਦੇ ਇਤਿਹਾਸ ਲਿਖਣ ਵਿੱਚ ਕੀਤੀ ਹੈ, ਉਤਨੀ ਬੇਪਰਵਾਹੀ ਵੀ ਸ਼ਾਇਦ ਹੀ ਕਿਸੇ ਹੋਰ ਕੌਮ ਨੇ ਕੀਤੀ ਹੋਵੇ। ਇਸ ਬਜ਼ੁਰਗ ਪਿੱਛੇ ਵਾਲੀ ਕੌਮ ਦਾ ਰਾਜ ਭਾਗ ਬੜੀ ਹੀ ਛੇਤੀ ਉੱਡਿਆ ਹੈ। ਇਸ ਦੇ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਇਹਦੀ ਇਹ ਬੇਪਰਵਾਹੀ ਵੀ ਸਹੀ ਹੁੰਦੀ ਹੈ। ਫਿਰ ਇਸ ਕੌਮ ਵਿੱਚ ਜੋ ਕਮਜ਼ੋਰੀਆਂ ਹੁਣ ਮਲਕੜੇ ਜਿਹੇ ਵੜਦੀਆਂ ਜਾਂਦੀਆਂ ਹਨ ਤੇ ਇਸ ਦੀ ਜਥੇਬੰਦੀ ਨੂੰ ਅਡੋਲ ਹੀ ਢਿੱਲਿਆਂ ਕਰੀ ਜਾਂਦੀਆਂ ਹਨ, ਉਹ ਵੀ ਇਸੇ ਕਾਰਨ ਕਰਕੇ ਹਨ ਕਿ ਇਹਨਾਂ ਵਿੱਚ ਆਪਣਾ ਇਤਿਹਾਸ ਸਵਿਸਥਾਰ ਤੇ ਵੇਰਵੇਵਾਰ ਨਹੀਂ ਹੈ। ਜੇ ਕਦੇ ਇਤਿਹਾਸ ਦੀ ਥੁੜ ਪੂਰੀ ਹੋ ਜਾਵੇ ਤਾਂ ਅਸਚਰਜ ਨਹੀਂ ਕਿ ਕੌਮ ਵਿੱਚ ਇੱਕ ਨਵੀਂ ਰੂਹ ਫੂਕ ਜਾਵੇ। ਜੋ ਕੁਝ ਜਾਗਰਤ ਕੌਮ ਵਿੱਚ ਪਿਛਲੇ 40-50 ਬਰਸਾਂ ਵਿੱਚ ਨਵੇਂ ਸਿਰੇ ਆਈ ਹੈ, ਉਸ ਵਿੱਚ ਵਿਸ਼ੇਸ਼ ਹਿੱਸਾ ਉਸ ਯਤਨ ਦਾ ਹੈ ਜਿਸ ਨੇ ਕੌਮ ਦੇ ਇਤਿਹਾਸਕ ਪ੍ਰਸੰਗ ਤੇ ਵਾਕਿਆਤ ਕੌਮ ਦੀ ਨਜ਼ਰ ਅੱਗੇ ਲਿਆ ਕੇ ਰੱਖੇ ਹਨ। ਭਾਈ ਵੀਰ ਸਿੰਘ ਜੀ ਦਾ ਉਕਤ ਦਿੱਤਾ ਵਿਚਾਰ 100% ਠੀਕ ਹੈ। ਸਿੱਖ ਕੌਮ ਵਰਗਾ ਕੁਰਬਾਨੀਆਂ ਦਾ ਹੋਰ ਕਿਸੇ ਕੌਮ ਦਾ ਇਤਿਹਾਸ ਨਹੀਂ। ਜਿਉਂਦੇ ਆਰਿਆਂ ਨਾਲ ਚੀਰੇ ਜਾਣ, ਬੰਦ-ਬੰਦ ਕਟਵਾ ਕੇ ਸ਼ਹੀਦ ਹੋਣਾ ਜਾਂ ਕੇਸ ਕਟਾਉਣ ਨਾਲੋਂ ਰੰਬੀ ਨਾਲ ਖੋਪਰੀ ਉਤਰਵਾਉਣ ਦੇ ਸਾਕੇ ਹੋਰ ਕਿਸੇ ਕੌਮ ਜਾਂ ਵਰਗ ਵਿਸ਼ੇਸ਼ ਦੇ ਹਿੱਸੇ ਨਹੀਂ ਆਏ। ਇਸੇ ਕੌਮ ਦੇ ਇਤਿਹਾਸ ਵਿੱਚ ਵਾਪਰਿਆ ਕਿ ਮਾਵਾਂ ਨੇ ਆਪਣੇ ਬੱਚਿਆਂ ਦੇ ਟੁਕੜੇ-ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਲਏ, ਪਰ ਧਰਮ ਨਹੀਂ ਹਾਰਿਆ, ਈਨ ਨਹੀਂ ਮੰਨੀ। ਤੇ ਇੱਕ ਵੀ ਮਿਸਾਲ ਨਹੀਂ ਮਿਲਦੀ ਜਦ ਅਜਿਹੇ ਸੰਕਟ ਵਿੱਚ ਕਿਸੇ ਨੇ ਮਾਫੀ ਮੰਗੀ ਹੋਵੇ ਜਾਂ ਰਹਿਮ ਦੀ ਅਪੀਲ ਕੀਤੀ ਹੋਵੇ। ਪਰ ਇਤਿਹਾਸ ਸੰਭਾਲਣ ਵੱਲੋਂ ਅਣਗਹਿਲੀ ਇਸ ਹੱਦ ਤੱਕ ਹੋਈ ਹੈ ਕਿ 500 ਸਾਲ ਦੇ ਇਤਿਹਾਸ ਬਾਰੇ ਵੀ ਇੱਕੋ ਜਿਹੇ ਅੰਕੜੇ ਤੇ ਸਮਾਚਾਰ ਨਹੀਂ ਲਿਖੇ ਜਾ ਸਕੇ। ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਵੀ ਭਿੰਨ-ਭਿੰਨ ਸੂਚਨਾਵਾਂ ਹਨ। ਕਦੇ ਜਨਮ ਕੱਤਕ ਜਾਂ ਵਿਸਾਖ ਦਾ ਚਰਚਾ ਚੱਲਿਆ, ਕਦੇ 15 ਸਾਲ ਦੀ ਉਮਰ ਵਿੱਚ ਸੁਲਤਾਨਪੁਰ ਲੋਧੀ ਆਉਣਾ ਲਿਖ ਦਿੱਤਾ ਗਿਆ, ਤੇ ਕਿਸੇ ਨੇ ਕਦੇ 32 ਸਾਲ ਦੀ ਆਯੂ ਵਿੱਚ ਨਨਕਾਣਾ ਸਾਹਿਬ ਰਾਏਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਆਉਣਾ ਪ੍ਰਚਲਿਤ ਕਰ ਦਿੱਤਾ। ਕਿਸੇ ਇਤਿਹਾਸ ਦੀ ਰਚਨਾ ਵਿੱਚ ਗੁਰੂ ਨਾਨਕ ਦੇ ਦੋਹਾਂ ਲੜਕਿਆਂ ਦਾ ਜਨਮ ਤਲਵੰਡੀ ਵਿੱਚ ਲਿਖਿਆ ਗਿਆ ਹੈ ਤੇ ਕਿਸੇ ਵਿੱਚ ਸੁਲਤਾਨਪੁਰ ਲੋਧੀ। ਅਜਿਹੀਆਂ ਦਰਜਨਾਂ ਮਿਸਾਲਾਂ ਸਿੱਖ ਇਤਿਹਾਸ ਦੀ ਲਿਖਾਈ ਵਿੱਚ ਮਿਲਦੀਆਂ ਹਨ। ਜੋ ਗੁਰੂ ਸਾਹਿਬਾਨ ਦੀ ਸੰਸਾਰ ਯਾਤਰਾ ਜੋ ਅਨੇਕਾਂ ਲਿਖਾਰੀਆਂ ਨੇ ਲਿਖੀ, ਉਸ ਵਿੱਚ ਸਹਿਮਤੀ ਨਹੀਂ ਤਾਂ ਗੁਰੂ ਪਰਿਵਾਰਾਂ ਬਾਰੇ ਤਾਂ ਲਿਖਿਆ ਹੀ ਬਹੁਤ ਘੱਟ ਗਿਆ ਹੈ। ਪਿਛਲੇ ਸਮੇਂ ਦੀ ਸੋਚ ਹੀ ਅਜਿਹੀ ਜਾਪਦੀ ਹੈ ਕਿ ਗੁਰੂ, ਅਵਤਾਰਾਂ, ਪੀਰਾਂ, ਪੈਗੰਬਰਾਂ ਤੇ ਮਹਾਨ ਆਤਮਾਵਾਂ ਬਾਰੇ ਥੋੜੀ ਬਹੁਤ ਜਾਣਕਾਰੀ ਤਾਂ ਲੇਖਕ ਲੋਕ ਇਕੱਤਰ ਕਰਦੇ ਹੀ ਸਨ, ਪਰ ਉਹਨਾਂ ਦੇ ਪਰਿਵਾਰਾਂ ਤੇ ਮਹਿਲਾਂ ਬਾਰੇ ਬਹੁਤ ਘੱਟ ਲਿਖਿਆ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਸੁਪਤਨੀ ਮਾਤਾ ਸੁੰਦਰ ਕੌਰ, ਜਿਸ ਨੇ ਗੁਰੂ ਸਾਹਿਬ ਪਿੱਛੋਂ 35 ਸਾਲ ਸਿੱਖ ਕੌਮ ਦੀ ਸੁਚੱਜੀ ਅਗਵਾਈ ਕੀਤੀ, ਉਸ ਬਾਰੇ ਵੀ ਬਹੁਤ ਘੱਟ ਲਿਖਿਆ ਮਿਲਦਾ ਹੈ। ਪਿਛਲੇ ਕੁਝ ਕੁ ਸਾਲਾਂ ਵਿੱਚ ਹੀ ਕੁਝ ਖੋਜ ਹੋਈ ਹੈ, ਪਰ ਅਜੇ ਤੱਕ ਬੇਬੇ ਨਾਨਕੀ
माता सुलखणी, माता खीवी, माता भानी, माता गंगा जी, माता नानकी, माता गुजरी ते माता साहिब कौर आदि बारे तां बहुत घੱਟ ਜਾਣਕਾਰੀ ਮਿਲਦੀ ਹੈ। ਹਾਲਾਂਕਿ ਇਹਨਾਂ ਸਭ ਦਾ ਸਿੱਖ ਇਤਿਹਾਸ ਬਣਾਉਣ ਤੇ ਸਿੱਖ ਪਰੰਪਰਾਵਾਂ ਸਥਾਪਿਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ। ਗੁਰੂ ਪਰਿਵਾਰ ਦੀ ਇੱਕ ਔਰਤ ਤੇ ਪੂਰੀ ਪੁਸਤਕ ਤੇ ਖੋਜ ਪ੍ਰਬੰਧ ਲਿਖਿਆ ਜਾ ਸਕਦਾ ਹੈ। ਇਹਨਾਂ ਗੁਰੂ ਪਰਿਵਾਰਾਂ ਵਿੱਚੋਂ ਅੱਜ ਇੱਥੇ ਗੁਰੂ ਨਾਨਕ ਦੇਵ ਜੀ ਦੀ ਧਰਮ ਸੁਪਤਨੀ ਬੀਬੀ ਸੁਲੱਖਣੀ ਜੀ ਦੇ ਜੀਵਨ ਤੇ ਯੋਗਦਾਨ ਬਾਰੇ ਕੁਝ ਚਰਚਾ ਕਰਨ ਦਾ ਯਤਨ ਕਰ ਰਹੇ ਹਾਂ। ਸੁਲੱਖਣੀ ਜੀ ਦਾ ਜਨਮ ਪਿੰਡ ਪੱਖੋਕੇ, ਜ਼ਿਲ੍ਹਾ ਗੁਰਦਾਸਪੁਰ ਵਿੱਚ ਮੂਲ ਚੰਦ ਚੌਣਾ ਖੱਤਰੀ ਦੇ ਘਰ ਮਾਤਾ ਚੰਦੋ ਦੀ ਕੁੱਖੋਂ ਹੋਇਆ। ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਇਸ ਨਾਮ ਦੀ ਵਿਆਖਿਆ ਕਰਦਿਆਂ ਲਿਖਿਆ ਹੈ ਕਿ ਜੇ ਚੰਗੇ ਲੱਛਣਾਂ ਵਾਲੀ ਲੜਕੀ ਦਾ ਜਨਮ ਹੋਵੇ ਉਹਦਾ ਨਾਮ ਹੀ ਸੁਲੱਖਣੀ ਰੱਖਿਆ ਜਾਂਦਾ ਸੀ। ਸੋ ਇਸ ਤੋਂ ਸਪਸ਼ਟ ਹੈ ਕਿ ਇਸ ਬੱਚੀ ਦੇ ਜਨਮ ਸਮੇਂ ਘਰਦਿਆਂ ਨੇ ਕੁਝ ਅਜਿਹੀਆਂ ਨਿਸ਼ਾਨੀਆਂ ਜਾਂ ਚਿੰਨ੍ਹ ਵੇਖੇ ਜਿਨ੍ਹਾਂ ਕਰਕੇ ਉਹਨਾਂ ਨੂੰ ਬੱਚੀ ਚੰਗੇ ਲੱਛਣਾਂ ਵਾਲੀ ਪ੍ਰਤੀਤ ਹੋਈ। ਸੁਲੱਖਣੀ ਜੀ ਦਾ ਜਨਮ ਕਿਸ ਸਾਲ ਹੋਇਆ? ਉਹਨਾਂ ਦੇ ਵਿਆਹ ਸਮੇਂ ਕਿਤਨੀ ਆਯੂ ਸੀ? ਇਸ ਦਾ ਕਿਧਰੇ ਕੋਈ ਜ਼ਿਕਰ ਨਹੀਂ। ਅਸੀਂ ਇਤਿਹਾਸ ਦੀਆਂ ਲੱਭਦੀਆਂ ਸਭ ਪੁਸਤਕਾਂ ਇਸ ਦ੍ਰਿਸ਼ਟੀ ਨਾਲ ਮੁੜ ਕੇ ਦੇਖੀਆਂ ਹਨ। ਇਸ ਬਾਰੇ ਕਿਧਰੇ ਕੋਈ ਚਰਚਾ ਨਹੀਂ ਮਿਲਿਆ। ਇਉਂ ਜਾਪਦਾ ਹੈ ਕਿ ਇਤਿਹਾਸ ਦੇ ਲਿਖਾਰੀਆਂ ਲਈ ਜਨਮ ਸਾਲ ਨੋਟ ਕਰਨਾ ਕੋਈ ਜ਼ਰੂਰੀ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨਾਲ ਸੁਲੱਖਣੀ ਜੀ ਦਾ ਵਿਆਹ 1487 ਈਸਵੀ ਵਿੱਚ ਹੋਇਆ। ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਆਯੂ 18 ਸਾਲ ਦੀ ਸੀ। ਉਸ ਜ਼ਮਾਨੇ ਵਿੱਚ ਲੜਕੀਆਂ ਦੀ ਸ਼ਾਦੀ ਆਮ ਤੌਰ ਤੇ 13 ਤੋਂ 15 ਸਾਲ ਦੇ ਵਿਚਕਾਰ ਕਰ ਦਿੱਤੀ ਜਾਂਦੀ ਸੀ। ਇਹ ਵੀ ਰਿਵਾਜ ਸੀ ਕਿ ਲੜਕੀ ਦੀ ਉਮਰ ਲੜਕੇ ਨਾਲੋਂ 4-5 ਸਾਲ ਛੋਟੀ ਹੋਣੀ ਚਾਹੀਦੀ ਹੈ। ਇਸ ਲਈ ਅਨੁਮਾਨ ਹੈ ਕਿ ਵਿਆਹ ਸਮੇਂ ਸੁਲੱਖਣੀ ਜੀ ਦੀ ਉਮਰ 14 ਸਾਲ ਜੱਚਦੀ ਹੈ। ਇਹ ਅਨੁਮਾਨ ਹੀ ਹੈ, ਇਸ ਦਾ ਕੋਈ ਇਤਿਹਾਸਕ ਸਬੂਤ ਜਾਂ ਹਵਾਲਾ ਨਹੀਂ। ਇਸ ਅਨੁਮਾਨ ਅਨੁਸਾਰ ਜਨਮ 1473 ਈਸਵੀ ਜਾਂ ਇਸ ਦੇ ਬਹੁਤ ਨੇੜੇ ਦਾ ਹੋ ਸਕਦਾ ਹੈ। ਸੁਲੱਖਣੀ ਜੀ ਦੇ ਬਾਲਪਨ ਤੇ ਵਿਦਿਆ ਪ੍ਰਾਪਤੀ ਬਾਰੇ ਕਿਸੇ ਪੁਸਤਕ ਵਿੱਚ ਕੋਈ ਜਾਣਕਾਰੀ ਨਹੀਂ। ਗੁਰੂ ਨਾਨਕ ਦੇਵ ਜੀ ਦੀ ਸੰਸਾਰ ਯਾਤਰਾ ਦੇ ਤੁਰੰਤ ਪਿੱਛੋਂ ਉਹਨਾਂ ਦੀ ਜੀਵਨੀ ਜਨਮ ਸਾਖੀਆਂ ਦੇ ਰੂਪ ਵਿੱਚ ਲਿਖੀ ਜਾਣ ਲੱਗ ਪਈ ਸੀ ਤੇ ਉੱਪਰੋਂ ਥੱਲੀ ਅੱਧੀ ਦਰਜਨ ਜਨਮ ਸਾਖੀਆਂ ਲਿਖੀਆਂ ਵੀ ਗਈਆਂ। ਪਰ ਮਾਤਾ ਸੁਲੱਖਣੀ ਦੇ ਵਿਆਹ ਤੋਂ ਪਹਿਲਾਂ ਦੇ ਜੀਵਨ ਤੇ ਕਿਸੇ ਨੇ ਝਾਤ ਨਹੀਂ ਪਾਈ। ਸੁਲੱਖਣੀ ਜੀ ਦੇ ਪਿਤਾ ਬਾਰੇ ਇਤਨੀ ਜਾਣਕਾਰੀ ਮਿਲਦੀ ਹੈ ਕਿ ਪਿੰਡ ਪੱਖੋਕੇ ਵਿੱਚ ਸ੍ਰੀ ਮੂਲ ਚੰਦ ਜੀ ਪਟਵਾਰੀ ਸਨ ਤੇ ਉਂਝ ਵੀ ਚੰਗੇ ਅਸਰ ਰਸੂਖ ਵਾਲੇ ਸਨ। ਰਿਹਾਇਸ਼ ਉਹਨਾਂ ਦੀ ਬਟਾਲੇ ਵਿੱਚ ਸੀ, ਇਸ ਲਈ ਵਿਆਹ ਬਟਾਲੇ ਵਿੱਚ ਹੀ ਹੋਇਆ। ਇਹ ਰਿਸ਼ਤਾ ਕਰਾਉਣ ਵਿੱਚ ਵਧੇਰੇ ਉਦਮ ਬੇਬੇ ਨਾਨਕੀ ਜੀ ਦੇ ਪਤੀ ਜੈ ਰਾਮ ਜੀ ਦਾ ਸੀ। ਉਹੀ ਮੂਲ ਚੰਦ ਦੇ ਜਾਣੂ ਸਨ ਤੇ ਉਹਨਾਂ ਨੇ ਹੀ ਰਿਸ਼ਤੇ ਦੀ ਦੱਸ ਪਾਈ ਸੀ। ਪ੍ਰੋਫੈਸਰ ਸਾਹਿਬ ਸਿੰਘ ਨੇ ਆਲੋਚਨਾ ਦੇ ਵਿਸ਼ੇਸ਼ ਗੁਰੂ ਨਾਨਕ ਅੰਕ 1969 ਵਿੱਚ ਆਪਣੇ ਇੱਕ ਲੇਖ ਵਿੱਚ ਲਿਖਿਆ ਹੈ, ਖਾਨਪੁਰ ਨਿਵਾਸੀ ਭਾਈ ਜੈ ਰਾਮ ਜੀ ਨਵਾਬ ਦੌਲਤ ਖਾਨ ਦੇ ਕੋਲ ਮਾਲ ਦੇ ਮਹਿਕਮੇ ਵਿੱਚ ਆਮਲ ਸਨ। ਸਰਕਾਰੀ ਕੰਮ ਵਿੱਚ ਉਹਨਾਂ ਨੂੰ ਪੱਖੋਕੇ ਤੱਕ ਜਾਣਾ ਪੈਂਦਾ ਸੀ। ਉੱਥੇ ਉਹਨਾਂ ਪਟਵਾਰੀ ਮੂਲ ਚੰਦ ਜੀ ਨੂੰ ਦੱਸ ਪਾ ਦਿੱਤੀ ਤੇ ਬਾਬਾ ਮੂਲ ਚੰਦ ਜੀ ਨੇ ਆਪਣੀ ਲੜਕੀ ਸੁਲੱਖਣੀ ਜੀ ਦਾ ਸਾਕ ਗੁਰੂ ਨਾਨਕ ਦੇਵ ਜੀ ਨਾਲ ਕਰ ਦਿੱਤਾ। ਕੁੜਮਾਈ ਹੋਈ ਵਿਸਾਖ ਵਦੀ 9 ਸੰਮਤ 1542 ਨੂੰ ਵਿਸਾਖ ਦੀ 5 ਵਿਆਹ ਹੋਇਆ। ਜੇਠ 24 ਸੰਮਤ 1544। ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ 18 ਸਾਲ ਸੀ। ਜੰਝ ਗਈ ਸੀ ਬਟਾਲੇ। ਬਾਬਾ ਮੂਲ ਚੰਦ ਜੀ ਬਟਾਲੇ ਦੇ ਵਸਨੀਕ ਸਨ। ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਵੀ ਵਿਆਹ ਦਾ ਸਾਲ ਇਹੋ ਲਿਖਿਆ ਹੈ ਕਿ ਵਿਆਹ 24 ਜੇਠ ਸੰਮਤ 1544 ਨੂੰ ਹੋਇਆ।
ਪ੍ਰਿੰਸੀਪਲ ਤੇਜਾ ਸਿੰਘ ਤੇ ਡਾਕਟਰ ਗੰਡਾ ਸਿੰਘ ਵੀ ਏ ਸ਼ਾਰਟ ਹਿਸਟਰੀ ਆਫ ਦ ਸਿੱਖਸ ਵਿੱਚ ਵਰਣਨ ਕਰਦੇ ਹਨ ਕਿ ਵਿਆਹ ਸਮੇਂ ਗੁਰੂ ਨਾਨਕ 18 ਸਾਲਾਂ ਦੇ ਸਨ। ਇਉਂ ਜੇ ਜਨਮ 1469 ਈਸਵੀ ਦਾ ਹੈ ਤਾਂ ਵਿਆਹ ਫਿਰ 1487 ਈਸਵੀ ਦਾ ਹੀ ਬਣਦਾ ਹੈ। ਕੇਵਲ ਪ੍ਰਿੰਸੀਪਲ ਸਤਬੀਰ ਸਿੰਘ ਨੇ ਵੱਖਰੀ ਸੂਚਨਾ ਦਿੱਤੀ ਹੈ। ਉਹ ਸਾਡਾ ਇਤਿਹਾਸ ਪੁਸਤਕ ਵਿੱਚ ਲਿਖਦੇ ਹਨ, 16 ਸਾਲ ਦੀ ਉਮਰ ਵਿੱਚ 1495 ਬਟਾਲੇ ਤੋਂ ਬਾਬਾ ਮੂਲਾ ਚੌਣਾ ਨੇ ਕੁੜਮਾਈ ਭੇਜੀ। ਵਿਆਹ ਵੀ ਉਸ ਸਾਲ ਕਰ ਦਿੱਤਾ ਗਿਆ। ਸਤਬੀਰ ਸਿੰਘ ਜੀ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਇਹ ਜਾਣਕਾਰੀ ਕਿੱਥੋਂ ਲਈ ਹੈ। ਸੁਲੱਖਣੀ ਜੀ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ, ਉਹਨਾਂ ਦੇ ਘਰ ਦੇ ਰੁਝੇਵੇਂ ਕਿਸ ਤਰ੍ਹਾਂ ਦੇ ਸਨ, ਉਹਨਾਂ ਦੇ ਮਨਪਸੰਦ ਦੇ ਕੰਮ ਕਿਹੜੇ ਸਨ, ਇਸ ਬਾਰੇ ਕਿਸੇ ਸਾਖੀ ਲੇਖਕ ਨੇ ਕੁਝ ਨਹੀਂ ਦੱਸਿਆ। ਵਿਆਹ ਸਮੇਂ ਦੀ ਉਹਨਾਂ ਦੇ ਮਾਤਾ ਪਿਤਾ ਦੇ ਵਤੀਰੇ ਦਾ ਚਰਚਾ ਤਾਂ ਮਿਲਦਾ ਹੈ, ਪਰ ਸੁਲੱਖਣੀ ਜੀ ਦੀ ਸੋਚ ਦਾ ਕਿਧਰੇ ਚਰਚਾ ਨਹੀਂ। ਪਰ ਸਾਡਾ ਅਨੁਮਾਨ ਹੈ ਕਿ ਉਹਨਾਂ ਨੇ ਉਸ ਸਮੇਂ ਜ਼ਰੂਰ ਆਪਣੇ ਵਿਚਾਰ ਆਪਣੀਆਂ ਸਹੇਲੀਆਂ ਰਾਹੀਂ ਪ੍ਰਗਟਾਏ ਹੋਣਗੇ। ਸੁਲੱਖਣੀ ਜੀ ਦੇ ਵਿਆਹ ਸਮੇਂ ਜੰਝ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਤੋਂ ਚੱਲੀ ਤੇ ਉੱਥੇ ਹੀ ਵਿਆਹ ਪਿੱਛੋਂ ਡੋਲੀ ਆਈ ਜਾਂ ਸੁਲਤਾਨਪੁਰ ਲੋਧੀ ਵਿੱਚ ਵਿਆਹ ਹੋਇਆ। ਇਸ ਬਾਰੇ ਇਤਿਹਾਸ ਵਿੱਚ 3-4 ਤਰ੍ਹਾਂ ਦਾ ਵਰਣਨ ਹੈ, ਕਿਉਂਕਿ ਇਹ ਨਿਰਣਾਜਨਕ ਨਹੀਂ ਕਿ ਗੁਰੂ ਨਾਨਕ ਦੇਵ ਕਦੋਂ ਤਲਵੰਡੀ ਤੋਂ ਸੁਲਤਾਨਪੁਰ ਆਏ। ਇੱਕ ਇਤਿਹਾਸਕ ਪੁਸਤਕ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ 15 ਸਾਲ ਦੀ ਆਯੂ ਵਿੱਚ ਸੁਲਤਾਨਪੁਰ ਲੋਧੀ ਭੈਣ ਪਾਸ ਆਏ ਤੇ ਇੱਥੇ ਹੀ ਉਹਨਾਂ ਦਾ 18 ਸਾਲ ਦੀ ਆਯੂ ਵਿੱਚ ਵਿਆਹ ਹੋਇਆ। ਦੂਜਾ ਵਰਗ ਲਿਖਾਰੀਆਂ ਦਾ ਹੈ ਜੋ 32 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦਾ ਸੁਲਤਾਨਪੁਰ ਆਉਣਾ ਮੰਨਦੇ ਹਨ। ਉਹਨਾਂ ਅਨੁਸਾਰ ਗੁਰੂ ਨਾਨਕ ਦੇਵ ਦਾ ਸੁਲੱਖਣੀ ਜੀ ਨਾਲ ਵਿਆਹ ਤਲਵੰਡੀ ਹੀ ਹੋਇਆ ਸੀ ਤੇ ਉੱਥੇ ਹੀ 14 ਸਾਲ ਮਾਤਾ ਸੁਲੱਖਣੀ ਜੀ ਰਹੇ। ਤਲਵੰਡੀ ਵਿੱਚ ਹੀ ਉਹਨਾਂ ਦੇ ਘਰ 2 ਲੜਕਿਆਂ ਸ੍ਰੀ ਚੰਦ ਤੇ ਲਖਮੀ ਦਾਸ ਦਾ ਜਨਮ ਹੋਇਆ। ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸਭ ਤੋਂ ਪਹਿਲੀਆਂ 2 ਜਨਮ ਸਾਖੀਆਂ ਹਨ, ਪੁਰਾਤਨ ਜਨਮ ਸਾਖੀ ਤੇ ਭਾਈ ਬਾਲੇ ਵਾਲੀ ਜਨਮ ਸਾਖੀ। ਇਹਨਾਂ ਵਿੱਚ ਵੀ 2 ਵੱਖਰੇ ਅੰਕੜੇ ਤੇ ਜਾਣਕਾਰੀ ਹੈ। ਪੁਰਾਤਨ ਜਨਮ ਸਾਖੀ ਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਤੇ ਗੁਰੂ ਨਾਨਕ ਚਮਤਕਾਰ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੀ ਜੰਝ ਤਲਵੰਡੀ ਤੋਂ ਚੱਲੀ ਤੇ ਤਲਵੰਡੀ ਵਿੱਚ ਹੀ ਡੋਲੀ ਆਈ ਲਿਖਿਆ ਤੇ ਮੰਨਿਆ ਗਿਆ ਹੈ। ਭਾਈ ਵੀਰ ਸਿੰਘ ਜੀ ਨੇ ਪੁਰਾਤਨ ਜਨਮ ਸਾਖੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਆਉਣ ਲੱਗੇ ਤਾਂ ਉਸ ਸਮੇਂ ਮਾਤਾ ਸੁਲੱਖਣੀ ਨੇ ਬਹੁਤ ਹੀ ਵੈਰਾਗ ਪ੍ਰਗਟ ਕੀਤਾ। ਭਾਈ ਵੀਰ ਸਿੰਘ ਜੀ ਦੀ ਲਿਖਤ ਇੰਜ ਹੈ, ਘਰ ਵਾਲੀ ਨੇ ਤਾਂ ਬਹੁਤ ਵੈਰਾਗ ਕੀਤਾ। ਆਪ ਨੇ ਸਮਝਾਇਆ ਕਿ ਅਸੀਂ ਇੱਥੇ ਵੀ ਉਦਾਸ ਰਹਿੰਦੇ ਸਾਂ, ਘਰ ਦਾ ਕੀ ਸਵਾਰਦੇ ਸਾਂ, ਤੇਰੇ ਲਈ ਜਿਹੇ ਘਰ ਰਹੇ ਤੇ ਪਰਦੇਸ ਗਏ। ਪਰ ਉਸ ਸਤਵੰਤੀ ਨੇ ਆਖਿਆ, ਜੇ ਤੁਸੀਂ ਘਰ ਬੈਠੇ ਹੁੰਦੇ ਆਏ ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੁੰਦੀ ਆਹੀ ਜੀ, ਇਹ ਸੰਸਾਰ ਮੇਰੇ ਕਿਤੇ ਕੰਮ ਨਹੀਂ। ਤਦ ਮਿਹਰਬਾਨ ਹੋ ਕੇ ਆਪਨੇ ਅਸੀਸ ਦਿੱਤੀ, ਚਿੰਤਾ ਕਿਛ ਨਾ ਕਰ, ਦਿਨ ਦਿਨ ਤੇਰੀ ਪਾਤਸ਼ਾਹੀ ਹੋਵੇਗੀ। ਇਸ ਪਰ ਵੀ ਉਹਨਾਂ ਦੇ ਨਾਲ ਹੀ ਚੱਲਣ ਵਾਸਤੇ ਬੇਨਤੀ ਕੀਤੀ ਤਾਂ ਆਪਨੇ ਕਿਹਾ, ਪਰਮੇਸ਼ਰ ਕੀਏ, ਹੁਣ ਤਾਂ ਮੈਂ ਜਾਂਦਾ ਹਾਂ, ਜੇ ਮੇਰੇ ਰੁਜ਼ਗਾਰ ਦੀ ਇਕਾਈ ਬਣ ਸੀ ਤਾਂ ਸਦਾਏ ਲੈਸਾਂ। ਫਿਰ ਉਹ ਚੁੱਪ ਕਰ ਗਈ। ਪ੍ਰਿੰਸੀਪਲ ਸਤਬੀਰ ਸਿੰਘ ਸਾਡਾ ਇਤਿਹਾਸ ਪੁਸਤਕ ਦੇ ਪੰਨਾ 46 ਤੇ ਲਿਖਦੇ ਹਨ, ਭਾਈ ਜੈ ਰਾਮ ਨੇ ਚਿੱਠੀ ਭੇਜੀ ਕਿ ਗੁਰੂ ਨਾਨਕ ਨੂੰ ਸੁਲਤਾਨਪੁਰ ਭੇਜ ਦਿੱਤਾ ਜਾਏ। ਅਕਤੂਬਰ ਸਨ 1504 ਵਿੱਚ ਜੈ ਰਾਮ ਪਾਸ ਚਲੇ ਗਏ, ਟੱਬਰ ਵੀ ਨਾਲ ਲੈ ਗਏ। ਪ੍ਰੋਫੈਸਰ ਸਾਹਿਬ ਸਿੰਘ ਜੀ ਆਲੋਚਨਾ ਦੇ ਗੁਰੂ ਨਾਨਕ ਅੰਕ ਵਿੱਚ ਵਿਆਹ ਤਾਂ ਤਲਵੰਡੀ ਰਹਿੰਦੇ ਹੀ ਹੋਇਆ ਮੰਨਦੇ ਹਨ, ਪਰ ਸਾਲ ਤੇ ਸਮਾਂ ਹੋਰ ਹੀ ਦੱਸਦੇ ਹਨ। ਉਹ ਲਿਖਦੇ ਹਨ, ਜ਼ਿਕਰ ਹੈ ਤਕਰੀਬਨ 4 ਮੱਘਰ 1561 ਦਾ, ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਨੂੰ ਜਾਣ ਲਈ ਤਿਆਰ ਹੋ ਗਏ। ਉਹਨਾਂ ਦੀ ਉਮਰ ਤਦੋਂ 35 ਸਾਲ 6.5 ਮਹੀਨੇ ਸੀ। ਉਹਨਾਂ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਜੀ ਪੈਦਾ ਹੋ ਚੁੱਕੇ ਹੋਏ ਸਨ।
ਭਾਈ ਮਰਦਾਨੇ ਨੂੰ ਨਾਲ ਲਿਆਉਣੇ। ਭਾਈ ਮਰਦਾਨਾ ਵੀ ਉਹਨਾਂ ਤੋਂ ਬਿਨਾਂ ਰਹਿ ਨਹੀਂ ਸੀ ਸਕਦਾ। ਆਪਣੇ ਪਰਿਵਾਰ ਨੂੰ ਹਾਲਾਂ ਆਪਣੇ ਮਾਤਾ ਪਿਤਾ ਪਾਸ ਹੀ ਛੱਡ ਆਏ। ਅੱਗੇ ਚੱਲ ਕੇ ਪ੍ਰੋਫੈਸਰ ਸਾਹਿਬ ਸਿੰਘ ਨੇ ਫਿਰ ਲਿਖਿਆ ਹੈ ਕਿ ਸੁਲਤਾਨਪੁਰ ਵਿੱਚ ਸਤਸੰਗ ਦੇ ਵਧਣ ਲਈ ਕਈ ਸਤਸੰਗੀਆਂ ਨੂੰ ਅਤੇ ਦੂਰੋਂ ਨੇੜਿਓਂ ਆਏ ਲੋੜਵੰਦਾਂ ਨੂੰ ਪ੍ਰਸ਼ਾਦ ਛਕਾਉਣਾ ਸਤਿਗੁਰੂ ਜੀ ਦੀ ਕਾਰ ਸੀ। ਇਤਨੇ ਕੰਮ ਦਾ ਭਾਰ ਬਹੁਤਾ ਚਿਰ ਭੈਣ ਉੱਤੇ ਨਹੀਂ ਸੀ ਪਾਇਆ ਜਾ ਸਕਦਾ। ਆਪਣੇ ਪਰਿਵਾਰ ਨੂੰ ਤਲਵੰਡੀ ਤੋਂ ਮੰਗਵਾ ਲਿਓਨੇ। ਭਾਈ ਬਾਲੇਵਾਲੀ ਜਨਮ ਸਾਖੀ ਤੇ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਆਹ ਸੁਲਤਾਨਪੁਰ ਰਹਿੰਦਿਆਂ ਹੋਇਆਂ ਪ੍ਰਗਟ ਕੀਤਾ ਹੈ। ਬਰਾਤ ਦਾ ਸੁਲਤਾਨਪੁਰ ਤੋਂ ਚੜ੍ਹਾਈ ਦਾ ਵੇਰਵਾ ਬਿਆਨ ਕੀਤਾ ਹੈ। ਡਾਕਟਰ ਗੰਡਾ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਦੀ ਸਾਂਝੀ ਲਿਖੀ ਪੁਸਤਕ ਏ ਸ਼ਾਰਟ ਹਿਸਟਰੀ ਆਫ ਦ ਸਿੱਖਸ ਵਿੱਚ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਸੁਲਤਾਨਪੁਰ ਆ ਕੇ ਨਵਾਬ ਦੇ ਮੋਦੀ ਖਾਨੇ ਦਾ ਮੋਦੀ ਬਣਨ ਪਿੱਛੋਂ ਹੋਇਆ ਤੇ ਇੱਥੇ ਹੀ ਉਹਨਾਂ ਦੇ ਦੋਹਾਂ ਸਪੁੱਤਰਾਂ ਦਾ ਜਨਮ ਹੋਇਆ। ਪੰਜਾਬ ਦਾ ਇਤਿਹਾਸ ਵਿੱਚ ਪ੍ਰਿਥੀਪਾਲ ਸਿੰਘ ਕਪੂਰ ਤੇ ਸਰਦਾਰ ਜੋਗਿੰਦਰ ਸਿੰਘ ਲਿਖਦੇ ਹਨ, ਜੈ ਰਾਮ ਨੇ ਆਪਣੇ ਰਸੂਖ ਨਾਲ ਨਾਨਕ ਜੀ ਨੂੰ ਮੋਦੀ ਖਾਨੇ ਸਰਕਾਰੀ ਅਨਾਜ ਦੇ ਗੋਦਾਮ ਦਾ ਮੁਖੀ ਨਿਯਤ ਕਰਵਾ ਦਿੱਤਾ। ਇੱਥੇ ਗੁਰੂ ਨਾਨਕ ਜੀ ਲੋਕਾਂ ਪਾਸੋਂ ਸਰਕਾਰੀ ਮਾਲੀਏ ਦੀ ਜਿੰਸ ਲੈ ਕੇ ਉਸ ਨੂੰ ਵੇਚਣ ਦਾ ਕੰਮ ਕਰਨ ਲੱਗੇ। ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਮੇਵਾਰੀ ਪੂਰਨ ਯੋਗਤਾ ਸਹਿਤ ਨਿਭਾਈ। ਇਸ ਤੋਂ ਮਾਪਿਆਂ ਤੇ ਭੈਣ ਭਣਵਈਏ ਨੂੰ ਪ੍ਰਤੀਤ ਹੋਣ ਲੱਗਾ ਕਿ ਹੁਣ ਨਾਨਕ ਇੱਕ ਸਫਲ ਜਗਿਆਸੂ ਬਣ ਸਕੇਗਾ। ਨਾਲ ਹੀ ਨਾਨਕ ਜੀ ਦੀ ਉਮਰ 18 ਸਾਲ ਦੀ ਹੋ ਗਈ ਸੀ। ਇਸ ਲਈ ਉਹ ਉਸ ਦੇ ਵਿਆਹ ਦੀਆਂ ਵਿਉਂਤਾਂ ਬਣਾਉਣ ਲੱਗੇ। ਸੋ ਨਾਨਕ ਦਾ ਵਿਆਹ ਬਟਾਲਾ ਦੇ ਭਾਈ ਮੂਲੇ ਦੀ ਧੀ ਸੁਲੱਖਣੀ ਨਾਲ ਕਰ ਦਿੱਤਾ ਗਿਆ। ਗੁਰੂ ਨਾਨਕ ਨੇ ਇਸ ਪ੍ਰਕਾਰ ਸੁਲਤਾਨਪੁਰ ਵਿੱਚ ਲਗਭਗ 10 ਸਾਲ ਇੱਕ ਆਦਰਸ਼ਕ ਗ੍ਰਸਥ ਜੀਵਨ ਬਤੀਤ ਕੀਤਾ। ਇਸੇ ਵਿਚਾਰ ਦੀ ਪ੍ਰੋੜਤਾ ਪ੍ਰੋਫੈਸਰ ਪਿਆਰਾ ਸਿੰਘ ਪਦਮ ਸੰਖੇਪ ਸਿੱਖ ਇਤਿਹਾਸ ਵਿੱਚ ਕਰਦੇ ਹਨ। ਉਹ ਲਿਖਦੇ ਹਨ, ਅਨੋਖਾ ਜਿਹਾ ਬਾਲਪਨ ਬਿਤਾ ਕੇ ਆਪ ਆਪਣੀ ਭੈਣ ਨਾਨਕੀ ਪਾਸ ਸੁਲਤਾਨਪੁਰ ਚਲੇ ਗਏ ਤੇ ਉੱਥੇ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੀ ਨੌਕਰੀ ਕਰ ਲਈ। ਸ੍ਰੀ ਜੈ ਰਾਮ ਦੇ ਯਤਨ ਨਾਲ ਪਿੰਡ ਪੱਖੋਕੇ ਵਿੱਚ ਮੂਲ ਚੰਦ ਦੀ ਸੁਪੁੱਤਰੀ ਸੁਲੱਖਣੀ ਨਾਲ ਆਪ ਜੀ ਦੀ ਸ਼ਾਦੀ ਹੋਈ, ਜਿਸ ਤੋਂ ਸ੍ਰੀ ਚੰਦ 1494 ਈਸਵੀ ਤੇ ਲਖਮੀ ਦਾਸ 1496 ਈਸਵੀ ਵਿੱਚ 2 ਪੁੱਤਰ ਪੈਦਾ ਹੋਏ। ਪ੍ਰਿੰਸੀਪਲ ਮਹਿੰਦਰ ਕੌਰ ਗਿੱਲ ਨੇ ਗੁਰੂ ਮਹਿਲ ਗਾਥਾ ਵਿੱਚ ਬੇਬੇ ਨਾਨਕੀ ਬਾਰੇ ਲਿਖਦਿਆਂ ਗੁਰੂ ਨਾਨਕ ਦੇ ਵਿਆਹ ਦੇ ਪ੍ਰਸੰਗ ਵਿੱਚ ਲਿਖਿਆ ਹੈ, ਇੱਕ ਦਿਨ ਜੈ ਰਾਮ ਨੇ ਬੇਬੇ ਨਾਨਕੀ ਨੂੰ ਦੱਸਿਆ, ਗੁਰਦਾਸਪੁਰ ਦੇ ਇੱਕ ਪਿੰਡ ਪੱਖੋਕੇ ਦਾ ਪਟਵਾਰੀ ਹੈ, ਜਿਸ ਦਾ ਨਾਮ ਹੈ ਮੂਲ ਚੰਦ, ਜੋ ਜ਼ਾਤ ਦਾ ਖੱਤਰੀ ਹੈ। ਉਹ ਲੜਕੀ ਦਾ ਨਾਤਾ ਆਪਣੇ ਨਾਨਕ ਨਾਲ ਕਰਨ ਲਈ ਤਿਆਰ ਹੈ। ਬੇਬੇ ਨਾਨਕੀ ਦੇ ਵੀਰ ਦੀ ਕੁੜਮਾਈ ਹੋ ਗਈ। ਮਾਂ ਪਿਓ ਤਲਵੰਡੀ ਤੋਂ ਸੁਲਤਾਨਪੁਰ ਆ ਗਏ। ਨਾਨਕ ਜੀ ਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਗਈਆਂ, ਸ਼ਗਨ ਕੀਤੇ ਗਏ, ਖੈਰਾਤ ਵੰਡੀ ਗਈ। ਬਰਾਤ ਬੜੇ ਉਤਸ਼ਾਹ ਨਾਲ ਬਟਾਲੇ ਗਈ। ਇਸ ਬਰਾਤ ਵਿੱਚ ਰਾਏ ਬੁਲਾਰ ਵੀ ਸੀ, ਨਵਾਬ ਦੌਲਤ ਖਾਨ ਵੀ ਸੀ। ਸੱਜੇ ਘੋੜਿਆਂ ਨਾਲ ਸਜੀ ਜੰਜ ਦੀ ਸ਼ਾਨ ਅਨੋਖੀ ਹੀ ਸੀ। ਗੁਰੂ ਨਾਨਕ ਦੇਵ ਜੀ ਦੀ 5ਵੀਂ ਜਨਮ ਸ਼ਤਾਬਦੀ ਸਮੇਂ 1969 ਈਸਵੀ ਨੂੰ ਪੰਜਾਬ ਸਰਕਾਰ ਦੇ ਸੂਚਨਾ ਤੇ ਪ੍ਰਚਾਰ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਦੇ ਇਤਿਹਾਸ ਬਾਰੇ ਇੱਕ ਕਿਤਾਬਚਾ ਪ੍ਰਕਾਸ਼ਿਤ ਕੀਤਾ ਗਿਆ। ਇਸ ਵਿੱਚ ਸੁਲਤਾਨਪੁਰ ਲੋਧੀ ਦੇ ਨਗਰ ਆਬਾਦ ਹੋਣ ਤੋਂ ਲੈ ਕੇ ਹੁਣ ਤੱਕ ਦਾ ਸੰਖੇਪ ਇਤਿਹਾਸ ਵਰਣਨ ਕੀਤਾ ਹੈ। ਪੰਜਾਬ ਸਰਕਾਰ ਨੇ ਭਰੋਸੇਯੋਗ ਖੋਜ ਦੇ ਆਧਾਰ ਤੇ ਹੀ ਲਿਖਿਆ ਹੈ ਕਿ ਗੁਰੂ ਨਾਨਕ ਦੇਵ 1484 ਈਸਵੀ ਨੂੰ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਆ ਗਏ ਤੇ ਇੱਥੇ ਹੀ 1487 ਈਸਵੀ ਨੂੰ ਉਹਨਾਂ ਦਾ ਵਿਆਹ ਬਟਾਲੇ ਦੇ ਮੂਲ ਚੰਦ ਦੀ ਸਪੁੱਤਰੀ
ਸੁਲੱਖਣੀ ਜੀ ਨਾਲ ਹੋਇਆ ਤੇ ਸੁਲੱਖਣੀ ਜੀ ਆਪਣੇ ਪਤੀ ਦੇ ਘਰ ਆ ਗਏ। ਇੱਥੇ ਹੀ ਸੁਲਤਾਨਪੁਰ ਵਿੱਚ ਉਹਨਾਂ ਦੇ ਘਰ 2 ਲੜਕਿਆਂ ਦਾ ਜਨਮ ਹੋਇਆ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ ਸੁਲਤਾਨਪੁਰ ਲੋਧੀ ਵਿੱਚ ਹੀ ਬਿਤਾਏ ਤੇ ਇੱਥੋਂ ਹੀ ਜਗਤ ਨੂੰ ਕਲਿਆਣ ਦਾ ਸੰਦੇਸ਼ ਦੇਣ ਲਈ ਲੰਮੀਆਂ ਯਾਤਰਾਵਾਂ ਸ਼ੁਰੂ ਕੀਤੀਆਂ। ਕਿਤਨਾ ਫਰਕ ਹੈ ਇਤਿਹਾਸਕ ਜਾਣਕਾਰੀ ਵਿੱਚ। ਕੁਝ ਤਾਂ ਲਿਖਦੇ ਹਨ ਕਿ 32 ਜਾਂ 35 ਸਾਲ ਦੀ ਉਮਰ ਵਿੱਚ ਸੁਲਤਾਨਪੁਰ ਆਏ ਤੇ ਇੱਥੇ ਕੇਵਲ 2-2.5 ਸਾਲ ਹੀ ਰਹੇ। ਦੂਜੇ ਪਾਸੇ 15 ਸਾਲ ਦੀ ਉਮਰ ਵਿੱਚ ਸੁਲਤਾਨਪੁਰ ਆਏ, 18 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਤੇ 14 ਸਾਲ ਸੁਲਤਾਨਪੁਰ ਲੋਧੀ ਰਹੇ। ਇਸ ਹਿਸਾਬ ਨਾਲ 11 ਸਾਲ ਮਾਤਾ ਸੁਲੱਖਣੀ ਜੀ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੁਲਤਾਨਪੁਰ ਲੋਧੀ ਵਿੱਚ ਰਹੇ। ਡਾਕਟਰ ਤਰਲੋਚਨ ਸਿੰਘ ਨੇ ਆਪਣੀ ਪੁਸਤਕ ਗੁਰੂ ਨਾਨਕ ਦੇਵ ਵਿੱਚ ਲਿਖਿਆ ਹੈ ਕਿ ਰਿਸ਼ਤਾ ਤਾਂ ਜੈ ਰਾਮ ਜੀ ਦੀ ਵਾਕਫੀਅਤ ਨਾਲ ਹੋਇਆ। ਬਰਾਤ ਰਾਏ ਭੋਏ ਦੀ ਤਲਵੰਡੀ ਤੋਂ ਚੜੀ ਤੇ ਉਸ ਦੇ ਨਾਲ ਹੀ ਮਹਿਤਾ ਕਲਿਆਣ ਦਾਸ ਤੇ ਰਾਏ ਬੁਲਾਰ ਵੀ ਸੀ। ਪਹਿਲਾਂ ਇਹ ਸੁਲਤਾਨਪੁਰ ਆਏ ਤੇ ਇੱਥੋਂ ਬੇਬੇ ਨਾਨਕੀ ਦੇ ਘਰੋਂ ਸਾਰੀਆਂ ਸਮਾਜਿਕ ਰਸਮਾਂ ਤੇ ਖੁਸ਼ੀਆਂ ਕਰਕੇ ਬਰਾਤ ਬਟਾਲੇ ਗਈ। ਉੱਥੋਂ ਡੋਲੀ ਵਿਆਹ ਪਿੱਛੋਂ ਤਲਵੰਡੀ ਗਈ ਤੇ ਮਾਪਿਆਂ ਨੇ ਸਾਰੀਆਂ ਖੁਸ਼ੀਆਂ ਕੀਤੀਆਂ। ਪੇਕੇ ਫੇਰਾ ਪਾਉਣ ਲਈ ਉੱਥੋਂ ਬਟਾਲੇ ਚਲੇ ਗਏ ਤੇ ਮੁੜ ਸੁਲੱਖਣੀ ਜੀ ਆਪਣੇ ਪਤੀ ਪਾਸ ਸੁਲਤਾਨਪੁਰ ਹੀ ਆ ਗਏ। ਇਉਂ ਬਾਕੀ ਦੇ ਸਮੇਂ ਲਈ ਉਹ ਪਤੀ ਦੇ ਨਾਲ ਹੀ ਰਹੇ ਜਦ ਤੱਕ ਕਿ ਗੁਰੂ ਨਾਨਕ ਉਦਾਸੀਆਂ ਲਈ ਨਹੀਂ ਚਲੇ ਗਏ। ਜਨਮ ਸਾਖੀਆਂ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਮੁੱਢਲੇ ਲੇਖਕਾਂ ਨੇ ਜੰਝ ਦਾ ਵੇਰਵਾ ਤੇ ਬਟਾਲੇ ਵਿੱਚ ਵਾਪਰੇ ਹਾਲਾਤ ਬਾਰੇ ਕਾਫੀ ਕੁਝ ਦੱਸਿਆ ਹੈ। ਆਮ ਲਿਖਿਆ ਮਿਲਦਾ ਹੈ ਕਿ ਜੰਝ ਨਾਲ ਅਨੇਕਾਂ ਸਾਧੂ ਸੰਤ ਤੇ ਗੁਰੂ ਨਾਨਕ ਦੇ ਪ੍ਰੇਮੀ ਜਨ ਸਧਾਰਨ ਵੀ ਸਨ, ਪਰ ਕਈ ਥਾਂ ਲਿਖਿਆ ਹੈ ਕਿ ਪੰਜਾਬ ਦੇ ਕਈ ਰਈਸ, ਨਵਾਬ ਤੇ ਹਾਕਮ ਵੀ ਜੰਝ ਨਾਲ ਸਨ। ਰਾਏ ਬੁਲਾਰ ਨੇ ਜਦੋਂ ਇਹ ਗੱਲ ਮਨਵਾਈ ਕਿ ਜੰਝ ਤਲਵੰਡੀ ਤੋਂ ਹੀ ਪਹਿਲਾਂ ਆਰੰਭ ਹੋਵੇ ਤੇ ਨਾਲ ਉਹ ਆਪ ਵੀ ਚੱਲ ਪਿਆ। ਉਹਦੇ ਕਾਰਨ ਅਨੇਕਾਂ ਘੋੜੇ ਤੇ ਬੈਲ ਗੱਡੀਆਂ ਵੀ ਨਾਲ ਹੋਣਗੀਆਂ। ਫਿਰ ਸੁਲਤਾਨਪੁਰ ਦਾ ਨਵਾਬ ਦੌਲਤ ਖਾਨ ਲੋਧੀ ਵੀ ਜੰਝ ਵਿੱਚ ਸ਼ਾਮਲ ਸੀ ਤਾਂ ਨਿਸ਼ਚੈ ਹੀ ਉਸ ਜੰਝ ਦੀ ਛੱਬ ਅਨੋਖੀ ਹੋਵੇਗੀ। ਇੱਕ ਪਾਸੇ ਰਾਜੇ ਤੇ ਨਵਾਬ ਜੰਝ ਵਿੱਚ ਸਨ ਤੇ ਦੂਜੇ ਪਾਸੇ ਸਾਧੂ ਸੰਤ ਤੇ ਆਤਮਿਕ ਤੌਰ ਤੇ ਵਰੋਸਾਏ ਸਧਾਰਨ ਦਿਸ ਆਉਂਦੇ ਲੋਕ ਸਨ। ਜੰਝ ਦੇ ਬਟਾਲੇ ਪਹੁੰਚਣ ਤੇ ਗੁਰੂ ਨਾਨਕ ਨੂੰ ਇੱਕ ਕੱਚੀ ਕੰਧ ਹੇਠ ਕਿਉਂ ਬਿਠਾਇਆ ਗਿਆ, ਇਸ ਬਾਰੇ ਵੀ ਕਈ ਵਿਚਾਰ ਪਹਿਲਾਂ ਪ੍ਰਚਲਿਤ ਸਨ, ਪਰ ਹੁਣ ਵਰਤਮਾਨ ਕਾਲ ਦੇ ਲੇਖਕਾਂ ਨੇ ਕੁਝ ਪੁਰਾਣੇ ਹਵਾਲਿਆਂ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਅਸਲ ਝਗੜਾ ਵਿਆਹ ਦੇ ਖਾਸ ਕਰਕੇ ਲਾਵਾਂ ਦੇ ਤਰੀਕੇ ਬਾਰੇ ਹੋ ਗਿਆ। ਪੰਡਤਾਂ ਨੇ ਵਿਆਹ ਦੀ ਜਦ ਵਿਧੀ ਬਾਰੇ ਗੱਲ ਕੀਤੀ ਤਾਂ ਗੁਰੂ ਨਾਨਕ ਨੇ ਸਾਫ਼ ਕਿਹਾ ਕਿ ਉੱਥੇ ਤਵਾਰ ਜਾਂ ਸਮੇਂ ਬਾਰੇ ਵਹਿਮ ਨਹੀਂ ਕਰਦੇ। ਉਹਨਾਂ ਅਨੁਸਾਰ ਸਭ ਸਮਾਂ ਪਵਿੱਤਰ ਹੈ। ਦੂਜਾ, ਉਹ ਪੁਰਾਣੀ ਪ੍ਰਚਲਿਤ ਰੀਤ ਨੂੰ ਤੋੜਨਾ ਚਾਹੁੰਦੇ ਸਨ ਤੇ ਨਵੀਂ ਉਸਾਰੂ ਸੋਚ ਪ੍ਰਚਲਿਤ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਬ੍ਰਾਹਮਣਾਂ ਦੇ ਚੱਕਰ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਮੂਲ ਚੰਦ ਜੀ ਪੂਰੀ ਤਰ੍ਹਾਂ ਬ੍ਰਾਹਮਣਾਂ ਦੇ ਪ੍ਰਭਾਵ ਹੇਠ ਸਨ। ਉਹਨਾਂ ਨੇ ਆਪਣੀ ਧੀ ਸੁਲੱਖਣੀ ਦਾ ਵਿਆਹ ਨਾਨਕ ਜੀ ਨਾਲ ਕਰਨ ਤੋਂ ਝਿਜਕਦਿਆਂ ਜੰਝ ਨੂੰ ਵਾਪਸ ਕਰਨ ਦੀ ਧਮਕੀ ਦੇ ਦਿੱਤੀ। ਮਾਮਲਾ ਵਿਗੜਦਾ ਗਿਆ। ਇਹ ਗੱਲ ਨਗਰ ਬਟਾਲੇ ਵਿੱਚ ਵੀ ਧੁੰਮ ਗਈ। ਇਸ ਸਮੇਂ ਬਟਾਲੇ ਦੇ ਇੱਕ ਹੋਰ ਮੁਖੀ ਸੱਜਣ ਭੰਡਾਰੀ ਨੇ ਆਪਣੀ ਲੜਕੀ ਦੇ ਰਿਸ਼ਤੇ ਦੀ ਗੁਰੂ ਨਾਨਕ ਨੂੰ ਪੇਸ਼ਕਸ਼ ਕਰ ਦਿੱਤੀ। ਉਹਨਾਂ ਕਿਹਾ ਕਿ ਅਸੀਂ ਬਰਾਤ ਨੂੰ ਬਿਨਾਂ ਵਿਆਹ ਵਾਪਸ ਨਹੀਂ ਜਾਣ ਦਿਆਂਗੇ। ਉਧਰੋਂ ਬ੍ਰਾਹਮਣਾਂ ਨੇ ਆਖਿਆ ਕਿ ਅਸੀਂ ਨਾਨਕ ਨਾਲ ਬਹਿਸ ਕਰਨਾ ਚਾਹੁੰਦੇ ਹਾਂ। ਜੇਕਰ ਇਹ ਜਿੱਤ ਲੈਣ ਤਾਂ ਇਹਨਾਂ ਦੇ ਢੰਗ ਤਰੀਕੇ ਨਾਲ ਵਿਆਹ ਹੋ ਜਾਏਗਾ ਤੇ ਜੇਕਰ ਇਹ ਹਾਰ ਜਾਣ ਤਾਂ ਸਾਡੀ ਗੱਲ ਮੰਨ ਲੈਣ। ਅਸਲ ਵਿੱਚ ਸਾਜ਼ਿਸ਼ ਇਹ ਹੋਈ ਕਿ ਨਾਨਕ ਜੀ ਦਾ ਵਿਆਹ ਜੇ ਸਾਡੇ ਘਰ ਨਹੀਂ ਹੁੰਦਾ ਤਾਂ ਭੰਡਾਰੀ ਦੇ ਘਰ ਵੀ ਨਾ ਹੋਵੇ ਤੇ ਇਸ ਨਾਲੋਂ ਚੰਗਾ ਹੈ ਕਿ ਨਾਨਕ ਜੀ ਦੀ ਹੱਤਿਆ ਹੋ ਜਾਏ। ਉਹਨਾਂ ਇਸ ਸਾਜ਼ਿਸ਼ ਅਧੀਨ ਇੱਕ ਕੱਚੀ ਉਲਰੀ ਹੋਈ ਕੰਧ ਪਾਸ ਨਾਨਕ ਜੀ ਨੂੰ ਬਿਠਾ ਦਿੱਤਾ
ਜੋ ਡਿੱਗਣ ਵਾਲੀ ਸੀ। ਉਸ ਸਮੇਂ ਮੀਂਹ ਦੀ ਕਿਣਮਣ ਦੇ ਨਾਲ ਤੇਜ਼ ਹਵਾ ਵੀ ਚੱਲ ਰਹੀ ਸੀ। ਸਾਖੀਆਂ ਵਿੱਚ ਆਉਂਦਾ ਹੈ ਕਿ ਇੱਕ ਮਾਈ ਨੇ ਗੁਰੂ ਨਾਨਕ ਦੇਵ ਜੀ ਨੂੰ ਕੰਧ ਨੇੜੇ ਬੈਠਿਆਂ ਦੇਖ ਕੇ ਕੰਨ ਵਿੱਚ ਆਖਿਆ ਕਿ ਇੱਥੋਂ ਉੱਠ ਜਾਓ, ਇਹ ਤੁਹਾਨੂੰ ਮਾਰਨ ਦੀ ਸਾਜ਼ਿਸ਼ ਹੈ। ਕੰਧ ਹੁਣੇ ਡਿੱਗ ਪਵੇਗੀ ਜਾਂ ਡੇਗ ਦਿੱਤੀ ਜਾਵੇਗੀ। ਪਰ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਸਹਿਜ ਸੁਭਾਏ ਨਿਕਲਿਆ, ਇਹ ਕੰਧ ਤਾਂ ਜੁਗਾਂ ਜੁਗਾਂਤਰਾਂ ਤੱਕ ਇਸੇ ਤਰ੍ਹਾਂ ਖੜੀ ਰਹੇਗੀ। ਉਸੇ ਤਰ੍ਹਾਂ ਹੋਇਆ। ਉਹ ਕੰਧ ਅੱਜ ਵੀ ਬਟਾਲੇ ਵਿੱਚ ਉਸੇ ਇਤਿਹਾਸਕ ਥਾਂ ਤੇ ਖੜੀ ਹੈ ਤੇ ਉਸ ਥਾਂ ਇੱਕ ਸ਼ਾਨਦਾਰ ਗੁਰਦੁਆਰਾ ਉਸਰਿਆ ਹੋਇਆ ਹੈ। ਇੱਥੇ ਹੋਈ ਬਹਿਸ ਪਿੱਛੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਉਸੇ ਢੰਗ ਤਰੀਕੇ ਨਾਲ ਹੋਇਆ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਚਾਹੁੰਦੇ ਸਨ। ਉਹਨਾਂ 4 ਲਾਵਾਂ ਲਈਆਂ ਤੇ ਉਸ ਸਮੇਂ ਜੋ ਸ਼ਬਦ ਉਚਾਰੇ ਉਹ ਜਨਮ ਸਾਖੀਆਂ ਵਿੱਚ ਦਰਜ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਉਚਾਰੀਆਂ ਲਾਵਾਂ ਨਾਲੋਂ ਭਿੰਨ ਵੀ ਹਨ ਤੇ ਮਿਲਦੀਆਂ ਵੀ ਹਨ। ਇੱਥੇ ਵਿਚਾਰਯੋਗ ਗੱਲ ਇਹ ਹੈ ਕਿ ਕਿਸੇ ਵੀ ਪੁਰਾਣੇ ਲੇਖਕ ਨੇ ਝਗੜੇ ਸਮੇਂ ਸੁਲੱਖਣੀ ਜੀ ਦੇ ਵਿਚਾਰਾਂ ਤੇ ਜਜ਼ਬਾਤਾਂ ਦਾ ਜ਼ਿਕਰ ਨਹੀਂ ਕੀਤਾ। ਹਾਲਾਂਕਿ ਇਸ ਤਣਾਅ ਤੇ ਰਿਸ਼ਤਾ ਟੁੱਟਣ ਤੱਕ ਦੀ ਧਮਕੀ ਨਾਲ ਸਭ ਤੋਂ ਵੱਧ ਅਸਰ ਤੇ ਮਾਨਸਿਕ ਕਸ਼ਟ ਸੁਲੱਖਣੀ ਜੀ ਨੂੰ ਹੀ ਹੋਇਆ ਹੋਵੇਗਾ। ਉਹਨਾਂ ਨੇ ਇਸ ਕਸ਼ਟ ਸੰਕਟ ਸਮੇਂ ਕੀ ਕੁਝ ਸੋਚਿਆ ਜਾਂ ਕੀਤਾ ਹੋਵੇਗਾ, ਇਸ ਬਾਰੇ ਅਸੀਂ ਹੁਣ ਅਨੁਮਾਨ ਹੀ ਲਾ ਸਕਦੇ ਹਾਂ। ਲਿਖਿਆ ਹੋਇਆ ਤਾਂ ਕਿਧਰੇ ਮਿਲਦਾ ਕੁਝ ਨਹੀਂ। ਸਾਡਾ ਅਨੁਮਾਨ ਹੈ ਕਿ ਉਸ ਸਮੇਂ ਸੁਲੱਖਣੀ ਜੀ ਬਿਲਕੁਲ ਰਿਸ਼ਤਾ ਤੋੜਨ ਜਾਂ ਜੰਝ ਵਾਪਸ ਕਰਨ ਦੇ ਹੱਕ ਵਿੱਚ ਨਹੀਂ ਹੋਣਗੇ। ਉਹਨਾਂ ਨੇ ਜੇਕਰ ਆਪ ਪਿਤਾ ਨਾਲ ਸਿੱਧੀ ਗੱਲਬਾਤ ਨਾ ਵੀ ਕੀਤੀ ਹੋਵੇ ਤਾਂ ਵੀ ਉਹਨਾਂ ਜ਼ਰੂਰ ਸਹੇਲੀਆਂ ਜਾਂ ਮਾਂ ਰਾਹੀਂ ਆਪਣੇ ਪਿਤਾ ਤੱਕ ਇਹ ਗੱਲ ਪਹੁੰਚਾਈ ਹੋਵੇਗੀ ਕਿ ਉਹ ਗੁਰੂ ਨਾਨਕ ਦੀ ਮੰਗੇਤਰ ਹੈ ਤੇ ਇੱਥੇ ਹੀ ਵਿਆਹ ਕਰਵਾਏਗੀ। ਹੁਣ ਉਹ ਹੋਰ ਕਿਸੇ ਨਾਲ ਵਿਆਹ ਦੀ ਗੱਲ ਸੋਚ ਵੀ ਨਹੀਂ ਸਕਦੀ। ਹੋ ਸਕਦਾ ਹੈ ਕਿ ਉਹਦੀ ਰਾਏ ਦੇ ਪਹੁੰਚਣ ਪਿੱਛੋਂ ਪਿਤਾ ਮੂਲ ਚੰਦ ਨੇ ਆਪਣੀ ਜ਼ਿੱਦ ਛੱਡ ਦਿੱਤੀ ਹੋਵੇ ਤੇ ਵਿਆਹ ਗੁਰੂ ਨਾਨਕ ਨਾਲ ਹੀ ਕਰਨ ਲਈ ਰਾਜ਼ੀ ਹੋਇਆ ਹੋਵੇ। ਇਹ ਵੀ ਸੰਭਵ ਹੈ ਕਿ ਗੁਰੂ ਨਾਨਕ ਨੂੰ ਕੰਧ ਹੇਠ ਦਬਾ ਕੇ ਮਾਰਨ ਦੀ ਸਾਜ਼ਿਸ਼ ਦਾ ਸੁਲੱਖਣੀ ਜੀ ਨੂੰ ਪਤਾ ਲੱਗ ਗਿਆ ਹੋਵੇ ਤੇ ਉਹਨੇ ਹੀ ਮਾਈ ਗੁਰੂ ਨਾਨਕ ਨੂੰ ਸਾਵਧਾਨ ਕਰਨ ਲਈ ਭੇਜੀ ਹੋਵੇ। ਗੁਰੂ ਨਾਨਕ ਦੀ ਮਹਿਮਾ ਉਸ ਸਮੇਂ ਤੱਕ ਬਹੁਤ ਦੂਰ ਦੂਰ ਤੱਕ ਫੈਲ ਚੁੱਕੀ ਸੀ। ਰਾਏ ਬੁਲਾਰ ਤਾਂ ਥਾਂ ਥਾਂ ਹਰ ਕਿਸੇ ਨੂੰ ਕਹਿੰਦਾ ਫਿਰਦਾ ਸੀ ਕਿ ਇਹ ਕੋਈ ਸਧਾਰਨ ਮਨੁੱਖ ਨਹੀਂ, ਰੱਬ ਦਾ ਕੋਈ ਵਿਸ਼ੇਸ਼ ਨੂਰ ਹੈ। ਬੇਬੇ ਨਾਨਕੀ ਵੀ ਹਰ ਕਿਸੇ ਨੂੰ ਦੱਸ ਰਹੀ ਸੀ ਕਿ ਉਹਦਾ ਵੀਰ ਬਹੁਤ ਉੱਚੀ ਤੇ ਪਵਿੱਤਰ ਆਤਮਾ ਹੈ, ਇਹ ਪਰਮਾਤਮਾ ਦਾ ਰੂਪ ਹੈ। ਇਸੇ ਤਰ੍ਹਾਂ ਕੀਰਤਨ ਵਿੱਚ ਆਉਣ ਵਾਲੇ ਤੇ ਨਿਤ ਗੁਰੂ ਨਾਨਕ ਦੀ ਸੰਗਤ ਕਰਨ ਵਾਲੇ ਵੀ ਇਹੀ ਪ੍ਰਭਾਵ ਲੈ ਕੇ ਜਾਂਦੇ ਸਨ। ਨਿਸ਼ਚੈ ਹੀ ਜਦੋਂ ਮੂਲ ਚੰਦ ਜੀ ਧੀ ਦਾ ਰਿਸ਼ਤਾ ਕਰਨ ਲਈ ਆਏ ਹੋਣਗੇ ਤਾਂ ਉਹਨਾਂ ਨੇ ਵੀ ਇਹੀ ਪ੍ਰਭਾਵ ਲਿਆ ਤੇ ਸੁਣਿਆ ਹੋਵੇਗਾ। ਇਸ ਤਰ੍ਹਾਂ ਦੀ ਰੱਬੀ ਜੋਤ ਨਾਨਕ ਜੀ ਦੇ ਬਾਰੇ ਗੱਲਾਂ ਸੁਲੱਖਣੀ ਜੀ ਤੱਕ ਵੀ ਪਹੁੰਚੀਆਂ ਹੋਣਗੀਆਂ ਤੇ ਉਹ ਮੰਗਣੀ ਪਿੱਛੋਂ 2 ਸਾਲ ਜਿਸ ਮਹਾਨ ਆਤਮਾ ਨੂੰ ਆਪਣਾ ਪਤੀ ਮਨ ਵਿੱਚ ਸਵੀਕਾਰ ਕਰ ਬੈਠੀ ਸੀ, ਉਸ ਨਾਲੋਂ ਰਿਸ਼ਤਾ ਟੁੱਟਣ ਦੀ ਗੱਲ ਦਾ ਕਿਤਨਾ ਅਸਰ ਹੋਇਆ ਹੋਵੇਗਾ। ਪਰ ਅਫਸੋਸ ਕਿਤੇ ਇਤਿਹਾਸ ਲੇਖਕ ਨੇ ਇਸ ਪੱਖ ਤੇ ਚਾਨਣਾ ਨਹੀਂ ਪਾਇਆ। ਮਾਤਾ ਸੁਲੱਖਣੀ ਵਿਆਹੀ ਹੋਈ ਸੁਲਤਾਨਪੁਰ ਲੋਧੀ ਆ ਗਈ। ਬੇਬੇ ਨਾਨਕੀ ਨੇ ਪਹਿਲਾਂ ਹੀ ਗੁਰੂ ਨਾਨਕ ਦੇਵ ਦੇ ਪਰਿਵਾਰ ਲਈ ਇੱਕ ਵੱਖਰਾ ਤੇ ਖੁੱਲ੍ਹਾ ਮਕਾਨ ਤਿਆਰ ਕਰਵਾ ਦਿੱਤਾ। ਉਹ ਜਾਣਦੀ ਸੀ ਕਿ ਉਹਦੇ ਵੀਰ ਨੇ ਜਿਸ ਘਰ ਵਿੱਚ ਰਹਿਣਾ ਹੈ ਉੱਥੇ ਸਵੇਰੇ ਸ਼ਾਮ ਸਤਸੰਗ ਹੀ ਹੋਵੇਗਾ, ਦੀਵਾਨ ਸੱਜਣਗੇ, ਕੀਰਤਨ ਹੋਣਗੇ ਤੇ ਰੌਣਕਾਂ ਰਹਿਣਗੀਆਂ। ਇਸ ਲਈ ਖੁੱਲ੍ਹੀ ਥਾਂ ਚਾਹੀਏ। ਡਾਕਟਰ ਮਹਿੰਦਰ ਕੌਰ ਗਿੱਲ ਨੇ ਇਸ ਦਾ ਵਰਣਨ ਕਰਦਿਆਂ ਲਿਖਿਆ ਹੈ, ਕੁਝ ਦਿਨਾਂ ਬਾਅਦ ਸੁਲੱਖਣੀ ਜੀ ਵੀ ਸੁਲਤਾਨਪੁਰ ਆ ਗਈ। ਬੇਬੇ ਨਾਨਕੀ ਨੇ ਭਰਾ ਭਰਜਾਈ ਨੂੰ ਵੱਖਰਾ ਕਰ ਦਿੱਤਾ।
ਮਸਤ ਮਲੰਗ ਵੀਰ ਨਾਨਕ ਨੂੰ ਘਰ ਦਾ ਸਮਾਨ ਬਣਾਉਂਦਿਆਂ ਵੇਖ ਭੈਣ ਨਾਨਕੀ ਮਨ ਹੀ ਮਨ ਬਲਿਹਾਰੇ ਜਾਂਦੀ। ਹੁਣ ਉਸ ਦਾ ਵੀਰ ਗ੍ਰਸਥੀ ਬਣ ਗਿਆ ਸੀ। ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਕਰਦੀ ਭੈਣ ਨਾਨਕੀ। ਇੱਥੇ ਆ ਕੇ ਸਾਡੇ ਸਾਖੀਕਾਰ ਤੇ ਇਤਿਹਾਸ ਲੇਖਕ ਮਾਤਾ ਸੁਲੱਖਣੀ ਬਾਰੇ ਕੁਝ ਚਰਚਾ ਨਹੀਂ ਕਰਦੇ। ਹਾਲਾਂਕਿ ਇਹ ਕੁਦਰਤੀ ਹੈ ਕਿ ਨਵੀਂ ਵਿਆਹੀ ਆਈ ਸੁਲੱਖਣੀ ਨੇ ਕਈ ਕੁਝ ਸੁਣਿਆ ਤੇ ਦੇਖਿਆ ਹੋਵੇਗਾ। ਹਰ ਔਰਤ ਦਾ ਸਹੁਰੇ ਘਰ ਆ ਕੇ ਪਹਿਲਾਂ ਦੇਖਣਾ ਤੇ ਸੁਣਨਾ ਹੁੰਦਾ ਹੈ। ਸੁਲੱਖਣੀ ਜੀ ਨੇ 1 ਮਹੀਨਾ ਪਹਿਲਾਂ ਤਲਵੰਡੀ ਰਹਿ ਕੇ ਤੇ ਫਿਰ ਸੁਲਤਾਨਪੁਰ ਲੋਧੀ ਆ ਕੇ ਹਰ ਕਿਸੇ ਤੋਂ ਸੁਣ ਲਿਆ ਹੋਵੇਗਾ ਕਿ ਨਾਨਕ ਜੀ ਰੱਬ ਦਾ ਰੂਪ ਹਨ, ਬਹੁਤ ਹੀ ਉੱਚੀ ਆਤਮਾ ਹਨ। ਉਹਨਾਂ ਦਾ ਦੁਨੀਆਦਾਰੀ ਨਾਲ ਮੋਹ ਘੱਟ ਹੈ। ਮਾਇਆ ਆਪਣੇ ਮਾਇਆ ਜਾਲ ਵਿੱਚ ਉਹਨਾਂ ਨੂੰ ਫਸਾ ਨਹੀਂ ਸਕੀ। ਉਹਨਾਂ ਦੀ ਲਿਵ ਹਰ ਸਮੇਂ ਪ੍ਰਭੂ ਨਾਲ ਜੁੜੀ ਰਹਿੰਦੀ ਹੈ। ਉਹਨਾਂ ਦੀ ਖੁਸ਼ੀ ਕੀਰਤਨ ਕਰਨ ਤੇ ਸਾਧ ਸੰਗਤ ਵਿੱਚ ਪ੍ਰਭੂ ਜਸ ਗਾਇਨ ਵਿੱਚ ਹੁੰਦੀ ਹੈ। ਇਸ ਲਈ ਨਿਸ਼ਚੈ ਹੀ ਗੱਲਾਂ ਸੁਣ ਕੇ ਤੇ ਫਿਰ ਗੁਰੂ ਨਾਨਕ ਨਾਲ ਉਹਦੇ ਘਰ ਵਿੱਚ ਰਹਿ ਕੇ ਮਾਤਾ ਸੁਲੱਖਣੀ ਜੀ ਆਮ ਦੁਨੀਆਦਾਰ ਔਰਤ ਨਹੀਂ ਸਨ ਰਹਿ ਸਕਦੇ। ਉਹਨਾਂ ਅੰਦਰਲਾ ਤ੍ਰੀਮਤਪਣ ਪਤੀ ਪਿਆਰ ਨਾਲ ਹੋਰ ਭਰਪੂਰ ਹੋ ਗਿਆ ਹੋਵੇਗਾ। ਪਤੀ ਦਾ ਸਤਿਕਾਰ ਅਵਸ਼ ਵੱਧ ਗਿਆ ਹੋਵੇਗਾ ਤੇ ਉਹ ਪਤੀ ਦੀ ਰਜ਼ਾ ਵਿੱਚ ਰਹਿਣਾ ਤੇ ਉਹਨਾਂ ਦੀ ਖੁਸ਼ੀ ਨੂੰ ਆਪਣੀ ਖੁਸ਼ੀ ਸਮਝਣ ਲੱਗ ਪਈ ਹੋਵੇਗੀ। ਜਿਵੇਂ ਕਿ ਡਾਕਟਰ ਮਹਿੰਦਰ ਕੌਰ ਗਿੱਲ ਦੀ ਉੱਪਰ ਦਿੱਤੀ ਟੂਕ ਤੋਂ ਸਪਸ਼ਟ ਹੈ ਕਿ ਗੁਰੂ ਨਾਨਕ ਨੇ ਆਪਣੇ ਵੱਖਰੇ ਘਰ ਵਿੱਚ ਜਾ ਕੇ ਘਰ ਦਾ ਸਮਾਨ ਬਣਾਇਆ, ਖਰੀਦਿਆ ਤੇ ਇੱਕ ਗ੍ਰਸਥੀ ਵਾਂਗ ਆਪਣੀ ਪਤਨੀ ਤੇ ਪਰਿਵਾਰ ਦੀਆਂ ਸਭ ਲੋੜਾਂ ਦਾ ਖਿਆਲ ਕੀਤਾ, ਉਹਨਾਂ ਨੂੰ ਪੂਰਿਆਂ ਕੀਤਾ। ਇਉਂ ਗੁਰੂ ਨਾਨਕ ਦੇਵ ਦੁਨੀਆ ਸਾਹਮਣੇ ਇੱਕ ਸਫਲ ਪਰਿਵਾਰਕ ਜੀਵਨ ਜਿਉਣ ਦੀ ਮਿਸਾਲ ਪੈਦਾ ਕਰ ਰਹੇ ਸਨ। ਇਸ ਲਈ ਉਸ ਜੀਵਨ ਵਿੱਚ ਕਿਸ ਤਰ੍ਹਾਂ ਤਰੁੱਟੀਆਂ ਰਹਿ ਸਕਦੀਆਂ ਸਨ। ਸੁਲੱਖਣੀ ਅਵਸ਼ ਗੁਰੂ ਨਾਨਕ ਦੇ ਘਰ ਆ ਕੇ ਇੱਕ ਸੰਤੁਸ਼ਟ ਜੀਵਨ ਜੀ ਰਹੀ ਸੀ। ਔਰਤ ਦਾ ਦੇਵੀ ਗੁਣ ਮਾਂ ਬਣਨ ਵਿੱਚ ਹੈ ਤੇ ਸੁਲੱਖਣੀ ਜੀ ਨੂੰ ਗੁਰੂ ਨਾਨਕ ਦੀ ਪਤਨੀ ਬਣ ਕੇ ਇਹ ਦਾਤ ਵੀ ਪ੍ਰਾਪਤ ਹੋ ਗਈ। 2 ਸਾਲਾਂ ਦੇ ਫਰਕ ਨਾਲ ਉਹਨਾਂ ਦੇ ਘਰ 2 ਸਪੁੱਤਰਾਂ ਦਾ ਜਨਮ ਹੋਇਆ। ਉਹਨਾਂ ਬੱਚਿਆਂ ਨੂੰ ਕਈ ਸਾਲਾਂ ਤੱਕ ਪਿਤਾ ਦਾ ਰਜਵਾਂ ਪਿਆਰ ਮਿਲਿਆ। ਭੂਆ ਬੇਬੇ ਨਾਨਕੀ ਉਹਨਾਂ ਨੂੰ ਹੋਰ ਵਧੇਰੇ ਪਿਆਰ ਕਰਨ ਵਾਲੀ ਸੀ। ਕਿਸੇ ਇਤਿਹਾਸ ਲੇਖਕ ਨੇ ਨਹੀਂ ਲਿਖਿਆ ਕਿ ਕਿਸੇ ਪਾਸਿਓਂ ਵੀ ਮਾਤਾ ਸੁਲੱਖਣੀ ਜੀ ਨੂੰ ਕੋਈ ਸ਼ਿਕਾਇਤ ਸੀ। ਜਦੋਂ ਸੁਲੱਖਣੀ ਜੀ ਵਿਆਹੇ ਸੁਲਤਾਨਪੁਰ ਆਏ ਤਾਂ ਪਹਿਲਾਂ ਕੁਝ ਜ਼ਰੂਰ ਬੇਬੇ ਨਾਨਕੀ ਨੇ ਆਪਣੇ ਘਰ ਰੱਖਿਆ ਹੋਵੇਗਾ। 1 ਮਹੀਨਾ ਪਹਿਲਾਂ ਉਹ ਤਲਵੰਡੀ ਆਪਣੀ ਸੱਸ ਮਾਤਾ ਤ੍ਰਿਪਤਾ ਜੀ ਪਾਸ ਵੀ ਰਹਿ ਆਈ ਸੀ। ਦੋਵੇਂ ਥਾਂ ਉਹਨੇ ਦੇਖਿਆ ਕਿ ਨਾਨਕ ਜੀ ਦੇ ਘਰ ਸਤਸੰਗੀਆਂ ਦੀ ਹਮੇਸ਼ਾ ਭੀੜ ਲੱਗੀ ਰਹਿੰਦੀ। ਖਾਸ ਕਰਕੇ ਸੁਲਤਾਨਪੁਰ ਵਿੱਚ ਉਹਨੇ ਬੇਬੇ ਨਾਨਕੀ ਦੇ ਘਰ ਦੇਖ ਲਿਆ ਸੀ ਕਿ ਕਿਸ ਤਰ੍ਹਾਂ ਸਵੇਰੇ ਸ਼ਾਮ ਲੰਗਰ ਲੱਗਾ ਰਹਿੰਦਾ ਹੈ। ਜਿਹੜਾ ਵੀ ਮਿਲਣ ਆਉਂਦਾ ਹੈ, ਕੋਈ ਪਰਦੇਸੀ ਜਾਂ ਸਾਧੂ ਸੰਤ ਆ ਜਾਏ, ਉਹਨੂੰ ਲੰਗਰ ਛਕੇ ਬਿਨਾਂ ਘਰੋਂ ਜਾਣ ਨਹੀਂ ਸੀ ਦਿੱਤਾ ਜਾਂਦਾ। ਸੋ ਜਦੋਂ ਉਹਨਾਂ ਨੂੰ ਵੱਖਰੇ ਘਰ ਵਿੱਚ ਜਾ ਕੇ ਰਹਿਣਾ ਪਿਆ ਤਾਂ ਉਹਨਾਂ ਇਸੇ ਤਰ੍ਹਾਂ ਕੀਤਾ ਹੋਵੇਗਾ। ਪਤੀ ਦੀਆਂ ਖੁਸ਼ੀਆਂ ਵਿੱਚ ਆਪਣਾ ਯੋਗਦਾਨ ਪਾਇਆ ਹੋਵੇਗਾ। ਉਸੇ ਤਰ੍ਹਾਂ ਆਪਣੇ ਘਰ ਵਿੱਚ ਉਹ ਸਵੇਰੇ ਸ਼ਾਮ ਅਨੇਕਾਂ ਵਿਅਕਤੀਆਂ ਲਈ ਲੰਗਰ ਤਿਆਰ ਕਰਦੀ ਤੇ ਸਵੇਰੇ ਸ਼ਾਮ ਦੇ ਕੀਰਤਨ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੀ ਹੋਵੇਗੀ। ਜੇਕਰ ਲੋਕਾਂ ਤੇ ਇਸ ਰੂਹਾਨੀ ਸਤਸੰਗ ਦਾ ਅਸਰ ਹੋ ਰਿਹਾ ਸੀ ਤੇ ਕਿਸ ਤਰ੍ਹਾਂ ਸੁਲੱਖਣੀ ਜੀ ਇਸ ਤੋਂ ਵਾਂਝੇ ਰਹਿ ਸਕਦੇ ਸਨ। ਜੇ ਕਦੇ ਉਹਨਾਂ ਨੇ ਇਸ ਤਰ੍ਹਾਂ ਦੇ ਸਤਸੰਗ ਜਾਂ ਲੰਗਰ ਚਲਾਉਣ ਤੇ ਇਤਰਾਜ਼ ਕੀਤਾ ਹੁੰਦਾ ਜਾਂ ਨਾ ਨੁਕਰ ਕੀਤੀ ਹੁੰਦੀ ਤਾਂ ਅਵਸ਼ ਸਿੱਖਾਂ ਦੇ ਵਿਰੋਧੀ ਇਤਿਹਾਸਕਾਰਾਂ ਨੇ ਇਸ ਦਾ ਵਰਣਨ ਕੀਤਾ ਹੁੰਦਾ, ਕਿਉਂਕਿ ਵਿਰੋਧੀ ਸਦਾ ਨਿਕਾਰੂ ਰੁਚੀਆਂ ਦੀ ਭੰਡੀ ਕਰਦੇ ਹਨ। ਉਸਾਰੂ ਤੇ ਨਰੋਈਆਂ ਕਦਰਾਂ ਕੀਮਤਾਂ ਦਾ ਨੋਟਿਸ ਕੋਈ ਨਹੀਂ ਲੈਂਦਾ। ਮਾਤਾ ਸੁਲੱਖਣੀ ਨੇ ਲੰਗਰ ਦੀ ਪਰੰਪਰਾ ਸਥਾਪਿਤ ਕਰਨ ਵਿੱਚ ਜੋ ਮੁੱਢਲਾ ਯੋਗਦਾਨ ਪਾਇਆ, ਉਸ ਦਾ ਇਤਿਹਾਸ ਲੇਖਕਾਂ ਨੇ ਚਰਚਾ ਹੀ ਨਹੀਂ ਕੀਤਾ।
ਇਹ ਸਿਲਸਿਲਾ 12 ਸਾਲ ਤੱਕ ਚੱਲਦਾ ਰਿਹਾ। ਗੁਰੂ ਨਾਨਕ ਦੇ ਸੰਗ 12 ਸਾਲ ਲਗਾਤਾਰ ਇੱਕ ਛੱਤ ਹੇਠ ਗੁਜ਼ਾਰਨ ਵਾਲੀ ਸੁਲੱਖਣੀ ਜੀ ਇੱਕ ਆਦਰਸ਼ਕ ਨਾਰੀ ਬਣ ਗਈ ਹੋਵੇਗੀ। ਉਸ ਸਮੇਂ ਹੀ ਨਹੀਂ, ਅੱਜ ਵੀ ਲੋਕ ਵੱਡੇ ਤੇ ਸਤਿਕਾਰਯੋਗ ਵਿਅਕਤੀ ਦੀ ਪਤਨੀ ਦਾ ਵੀ ਉਸੇ ਤਰ੍ਹਾਂ ਸਤਿਕਾਰ ਮਾਣ ਕਰਦੇ ਹਨ। ਗੁਰੂ ਨਾਨਕ ਦੀ ਧਰਮ ਸੁਪਤਨੀ ਹੋਣ ਕਾਰਨ ਮਾਤਾ ਸੁਲੱਖਣੀ ਦਾ ਵੀ ਜਿਉਂ-ਜਿਉਂ ਸਮਾਜ ਵਿੱਚ ਸਤਿਕਾਰ ਹੁੰਦਾ ਹੋਵੇਗਾ, ਉਸ ਦੇ ਮਨ ਵਿੱਚ ਅਵਸ਼ ਗੁਰੂ ਨਾਨਕ ਪ੍ਰਤੀ ਪਿਆਰ ਤੇ ਸਤਿਕਾਰ ਵੱਧਦਾ ਹੋਵੇਗਾ। ਉਹ ਪਤਨੀ ਹੀ ਨਹੀਂ, ਸ਼ਰਧਾਲੂ ਤੇ ਭਗਤਣੀ ਵੀ ਬਣ ਗਈ ਹੋਵੇਗੀ। ਸੇਵਾ ਦਾ ਜਜ਼ਬਾ ਗੁਰੂ ਨਾਨਕ ਦੀ ਸੰਗਤ ਤੋਂ ਹੀ ਪ੍ਰਾਪਤ ਹੋ ਗਿਆ। ਨਿਮਰਤਾ, ਸਬਰ, ਸੰਤੋਖ, ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੇ ਗੁਣ ਮਾਤਾ ਸੁਲੱਖਣੀ ਵਿੱਚ ਆ ਗਏ। ਉਹ ਇੱਕ ਸੁਘੜ ਸਿਆਣੀ ਔਰਤ ਵਾਂਗ ਪਤੀ ਦੇ ਖਾਣ ਪੀਣ, ਕੱਪੜਿਆਂ ਤੇ ਸਿਹਤ ਦਾ ਖਿਆਲ ਰੱਖਣ ਲੱਗੀ। ਜਦ ਵੀ ਬੇਬੇ ਨਾਨਕੀ ਨੂੰ ਮਿਲਦੀ, ਉਹ ਆਪਣੇ ਵੀਰ ਦੀ ਮਹਾਨ ਆਤਮਾ ਦੇ ਜਿੱਥੇ ਗੁਣ ਦੱਸਦੀ, ਉੱਥੇ ਸੁਲੱਖਣੀ ਜੀ ਦੀ ਵੀ ਪ੍ਰਸ਼ੰਸਾ ਕਰਦੀ ਕਿ ਉਹ ਆਪਣੇ ਮਹਾਂਪੁਰਖ ਪਤੀ ਦੀ ਦਿਲ ਲਾ ਕੇ ਸੇਵਾ ਕਰ ਰਹੀ ਹੈ। ਇਤਿਹਾਸ ਲੇਖਕ ਕੇਵਲ ਇੱਕ ਘਟਨਾ ਦਾ ਚਰਚਾ ਕਰਦੇ ਹਨ। ਜਦੋਂ ਮਾਤਾ ਸੁਲੱਖਣੀ ਤੇ ਉਹਦੀ ਮਾਂ ਚੰਦੋ ਰਾਣੀ ਜਦੋਂ ਦੋਵੇਂ ਇਕੱਠੀਆਂ ਬੇਬੇ ਨਾਨਕੀ ਨੂੰ ਮਿਲੀਆਂ ਤੇ ਉਸ ਪਾਸ ਸ਼ਿਕਾਇਤ ਕੀਤੀ ਕਿ ਤੁਹਾਡਾ ਵੀਰ ਸਾਡੇ ਵੱਲ ਧਿਆਨ ਨਹੀਂ ਦਿੰਦਾ। ਭਾਈ ਵੀਰ ਸਿੰਘ ਜੀ ਨੇ ਖਾਲਸਾ ਸਮਾਚਾਰ ਵਿੱਚ ਇੱਕ ਲੇਖ ਵਿੱਚ ਲਿਖਿਆ ਸੀ, ਇੱਕ ਵਾਰ ਮਾਤਾ ਸੁਲੱਖਣੀ ਦੀ ਮਾਂ ਚੰਦੋ ਰਾਣੀ ਨੇ ਆ ਕੇ ਬੇਬੇ ਨਾਨਕੀ ਨੂੰ ਉਲਾਂਬੇ ਦਿੱਤੇ। ਬੇਬੇ ਜੀ ਨੇ ਦੱਸਿਆ ਕਿ ਭਰਜਾਈ ਜੀ ਨੂੰ ਕਿਸੇ ਗੱਲ ਦੀ ਥੋੜ ਨਹੀਂ, ਮੇਰੇ ਵੀਰ ਨੇ ਸਾਰੇ ਸੁੱਖਾਂ ਦੇ ਸਮਾਨ ਕਰ ਦਿੱਤੇ ਹੋਏ ਹਨ। ਉਹਨਾਂ ਦਾ ਸੁਭਾਅ ਸੰਤ ਹੈ ਤੇ ਸੰਤ ਮਤੇ ਰਹਿੰਦੇ ਹਨ। ਭਾਬੀ ਜੀ ਨੂੰ ਸਮਝਾਓ ਕਿ ਸੰਤ ਜਾਣ ਕੇ ਤੇ ਸ਼ਰਧਾ ਧਾਰ ਕੇ ਸੇਵਾ ਕਰੋ, ਹੋਰ ਸੁਖੀ ਹੋ ਜਾਸੀ। ਡਾਕਟਰ ਮਹਿੰਦਰ ਕੌਰ ਗਿੱਲ, ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ ਨੇ ਗੁਰਮਹਿਲ ਗਾਥਾ ਵਿੱਚ ਇਸ ਘਟਨਾ ਨੂੰ ਬੇਬੇ ਨਾਨਕੀ ਦੇ ਪ੍ਰਸੰਗ ਵਿੱਚ ਇਸ ਤਰ੍ਹਾਂ ਵਰਣਨ ਕੀਤਾ ਹੈ। ਇੱਕ ਦਿਨ ਬੇਬੇ ਨਾਨਕੀ ਬੈਠੀ ਹੋਈ ਸੀ ਕਿ ਉਸ ਦੀ ਭਰਜਾਈ ਸੁਲੱਖਣੀ ਆ ਗਈ। ਨਾਲ ਉਸ ਦੀ ਮਾਂ ਚੰਦੋ ਰਾਣੀ ਵੀ ਸੀ। ਮਾਵਾਂ ਧੀਆਂ ਆ ਕੇ ਲੜਨ ਲੱਗ ਪਈਆਂ। ਸੁਲੱਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਤਾਂ ਕਈ ਦਿਨ ਘਰ ਹੀ ਨਹੀਂ ਵੜਦਾ, ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਬੋਲਦਾ ਹੀ ਨਹੀਂ, ਚੁੱਪ ਕਰਕੇ ਬੈਠਾ ਰਹਿੰਦਾ ਏ। ਬੇਬੇ ਨਾਨਕੀ ਨੇ ਸਾਰੀ ਗੱਲ ਸੁਣ ਕੇ ਸਹਿਜ ਨਾਲ ਆਖਿਆ, ਮਾਸੀ ਜੀ, ਤੁਹਾਡੀ ਧੀ ਨੂੰ ਖਾਣ ਪੀਣ ਦੀ, ਕੱਪੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਨਹੀਂ। ਜੇ ਉਹ ਘਰ ਆ ਕੇ ਚੁੱਪ ਕਰ ਜਾਂਦਾ ਹੈ ਤਾਂ ਇਹ ਉਸ ਦੀ ਆਦਤ ਏ। ਉਹ ਮੰਦਾ ਤਾਂ ਨਹੀਂ ਬੋਲਦਾ, ਦੁਖੀ ਤਾਂ ਨਹੀਂ ਕਰਦਾ, ਲੋੜ ਦੀ ਥੁੜ ਤਾਂ ਨਹੀਂ ਨਾ ਦਿੰਦਾ। ਬੇਬੇ ਨਾਨਕੀ ਦੀ ਗੱਲ ਸੁਣ ਕੇ ਮਾਵਾਂ ਧੀਆਂ ਚੁੱਪ ਹੋ ਰਹੀਆਂ ਤੇ ਆਪਣੇ ਘਰ ਪਰਤ ਗਈਆਂ। ਹੋਰ ਵੀ ਕਈ ਲੇਖਕਾਂ ਨੇ ਇਸ ਘਟਨਾ ਦਾ ਵਰਣਨ ਕੀਤਾ ਹੈ, ਪਰ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਇਹ ਘਟਨਾ ਕਦੋਂ ਦੀ ਹੈ। ਗੁਰੂ ਨਾਨਕ ਦੇਵ ਦਾ ਆਪਣੇ ਪਰਿਵਾਰ ਵੱਲ ਇਹ ਵਤੀਰਾ ਕਦੋਂ ਬਦਲਿਆ, ਕਦੋਂ ਉਹ ਘਰੋਂ ਬਾਹਰ ਰਹਿਣ ਲੱਗ ਪਏ। ਮੇਰਾ ਅੰਦਾਜ਼ਾ ਹੈ ਕਿ ਇਹ ਘਟਨਾ ਗੁਰੂ ਨਾਨਕ ਦੇਵ ਦੇ ਵੇਈ ਵਿੱਚ ਇਸ਼ਨਾਨ ਕਰਨ ਜਾਣ ਸਮੇਂ 3 ਦਿਨ ਅਲੋਪ ਹੋਣ ਪਿੱਛੋਂ ਦੀ ਹੋ ਸਕਦੀ ਹੈ, ਕਿਉਂਕਿ ਵੇਈ ਵਿੱਚੋਂ ਬਾਹਰ ਆਉਣ ਤੋਂ ਪਿੱਛੋਂ ਕਈ ਦਿਨ ਤੱਕ ਉਹ ਬਹੁਤ ਘੱਟ ਬੋਲਦੇ ਸਨ ਤੇ ਘਰ ਰਹਿਣ ਦੀ ਥਾਂ ਬਾਹਰ ਜੰਗਲ ਵਿੱਚ ਜਾਂ ਹੋਰ ਇਕਾਂਤ ਥਾਂ ਤੇ ਰਹਿਣਾ ਵਧੇਰੇ ਪਸੰਦ ਕਰਦੇ ਸਨ। ਗੁਰੂ ਨਾਨਕ ਅੰਦਰ ਉਸ ਪਿੱਛੋਂ ਜੋ ਤਬਦੀਲੀ ਆਈ, ਉਸ ਤੋਂ ਘਰਦਿਆਂ ਦਾ, ਖਾਸ ਕਰਕੇ ਪਤਨੀ ਦਾ ਘਬਰਾ ਜਾਣਾ ਸਹਿਵਨ ਸੀ। ਉਹਨਾਂ ਦਾ ਮਾਂ ਨੂੰ ਦੱਸਣਾ ਤੇ ਮਾਂ ਦਾ ਆ ਕੇ ਗਿਲਾ ਕਰਨਾ ਕੋਈ ਅਸਧਾਰਨ ਨਹੀਂ। ਇਸ ਤੋਂ ਇਹ ਅੰਦਾਜ਼ਾ ਨਹੀਂ ਲਾਇਆ ਜਾਣਾ ਚਾਹੀਦਾ ਕਿ ਉਹ ਗੁਰੂ ਨਾਨਕ ਤੋਂ ਦੁਖੀ ਸਨ। ਹਰ ਔਰਤ ਅਜਿਹੀ ਅਵਸਥਾ ਵੇਖ ਕੇ ਘਬਰਾ ਜਾਂਦੀ ਹੈ, ਬੇਚੈਨ ਹੋ ਜਾਂਦੀ ਹੈ। ਜਦੋਂ ਗੁਰੂ ਨਾਨਕ ਵੇਈ ਵਿੱਚ ਇਸ਼ਨਾਨ ਕਰਨ ਵੜੇ ਤੇ ਬਾਹਰ ਨਾ ਨਿਕਲੇ ਤਾਂ ਸਾਰੇ ਲੋਕ ਘਬਰਾ ਗਏ। ਗੁਰੂ ਨਾਨਕ ਦੇ ਅਲੋਪ ਹੋ ਜਾਣ ਦੀ ਖਬਰ ਉਹਨਾਂ ਦੇ ਸਹੁਰਿਆਂ ਤੱਕ ਅਵਸ਼ ਪਹੁੰਚਾਈ ਜਾਣੀ ਸੀ ਤੇ ਜੈ ਰਾਮ ਜੀ ਨੇ ਇਹ ਕੁਝ ਤੁਰੰਤ ਕੀਤਾ। ਪ੍ਰੋਫੈਸਰ ਸਾਹਿਬ ਸਿੰਘ ਇਸ ਬਾਰੇ
ਸੰਖੇਪ ਜੀਵਨ ਗੁਰੂ ਨਾਨਕ ਦੇਵ ਵਿੱਚ ਲਿਖਦੇ ਹਨ, ਸੁਲਤਾਨਪੁਰ ਤੋਂ ਪੱਖੋ ਕੇ ਰੰਧਾਵੇ 50 ਕੁ ਮੀਲ ਹੈ। ਭਾਈ ਜੈ ਰਾਮ ਜੀ ਨੇ ਉਸੇ ਵੇਲੇ ਇੱਕ ਉਚੇਚਾ ਬੰਦਾ ਬਾਬਾ ਮੂਲ ਚੰਦ ਜੀ ਵੱਲ ਭੇਜ ਦਿੱਤਾ। ਅਗਲੇ ਦਿਨ ਉਹ ਆ ਪਹੁੰਚੇ। ਇਤਿਹਾਸ ਲੇਖਕਾਂ ਨੇ ਇੱਥੇ ਇਹ ਜ਼ਿਕਰ ਨਹੀਂ ਕੀਤਾ ਕਿ ਮੂਲ ਚੰਦ ਜੀ ਦੀ ਪਤਨੀ ਚੰਦੋ ਰਾਣੀ ਵੀ ਨਾਲ ਆਈ ਸੀ ਜਾਂ ਨਹੀਂ, ਪਰ ਸਾਡੀ ਰਾਏ ਹੈ ਕਿ ਕੋਈ ਵੀ ਮਾਂ ਆਪਣੀ ਧੀ ਦੇ ਸੁਹਾਗ ਦੇ ਇਸ ਤਰ੍ਹਾਂ ਗੁੰਮ ਹੋ ਜਾਣ ਦੀ ਖਬਰ ਸੁਣ ਕੇ ਘਰ ਨਹੀਂ ਬੈਠੀ ਰਹਿ ਸਕਦੀ। ਉਹ ਅਵਸ਼ ਪਤੀ ਦੇ ਨਾਲ ਸੁਲਤਾਨਪੁਰ ਆ ਗਈ ਹੋਵੇਗੀ ਤੇ ਜਦੋਂ ਗੁਰੂ ਨਾਨਕ ਤੀਜੇ ਦਿਨ ਪ੍ਰਗਟ ਹੋ ਗਏ ਤਾਂ ਖੁਸ਼ ਹੋਏ ਹੋਣਗੇ, ਜਿਸ ਤਰ੍ਹਾਂ ਹੋਰ ਸਾਰਾ ਸੰਸਾਰ ਖੁਸ਼ ਹੋ ਗਿਆ ਸੀ। ਪਰ ਸੁਲੱਖਣੀ ਜੀ ਤੇ ਉਹਨਾਂ ਦੀ ਮਾਂ ਨੂੰ ਉਦੋਂ ਵਧੇਰੇ ਠੇਸ ਪਹੁੰਚੀ ਹੋਵੇਗੀ ਜਦੋਂ ਗੁਰੂ ਨਾਨਕ ਕਈ ਦਿਨ ਰਾਤਾਂ ਨੂੰ ਵੀ ਘਰ ਨਾ ਆਉਂਦੇ, ਜਦੋਂ ਉਹਨਾਂ ਕਬਰਿਸਤਾਨ ਵਿੱਚ ਜਾ ਡੇਰਾ ਲਾਇਆ ਹੋਵੇਗਾ। ਉਸ ਸਮੇਂ ਹੀ ਉਹ ਆਪਣਾ ਦੁੱਖ ਦੱਸਣ ਲਈ ਬੇਬੇ ਨਾਨਕੀ ਪਾਸ ਆਈਆਂ ਹੋਣਗੀਆਂ। ਅਜੇ ਮੂਲ ਚੰਦ ਜੀ ਦੇ ਚੰਦੋ ਰਾਣੀ ਸੁਲਤਾਨਪੁਰ ਵਿੱਚ ਹੀ ਸਨ ਜਦ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ ਤੇ ਜਗਤ ਜਲੰਦੇ ਦੇ ਸੁੱਖ ਤੇ ਕਲਿਆਣ ਲਈ ਉਦਾਸੀਆਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਗੁਰੂ ਨਾਨਕ ਦੇਵ ਨੇ ਇਸ ਸਮੇਂ ਪਰਿਵਾਰ ਨੂੰ ਅਣਗੌਲਿਆ ਨਹੀਂ, ਉਹਨਾਂ ਦੀ ਪੂਰੀ ਸੰਭਾਲ ਤੇ ਪ੍ਰਬੰਧ ਕਰਕੇ ਹੀ ਉਹ ਆਪਣੇ ਮਿਸ਼ਨ ਤੇ ਰਵਾਨਾ ਹੋਏ। ਇਤਿਹਾਸ ਲੇਖਕਾਂ ਨੇ ਇਸ ਸਮੇਂ ਦੀ ਰਿਪੋਰਟ ਇੱਕੋ ਜਿਹੀ ਨਹੀਂ ਬਿਆਨ ਕੀਤੀ। ਪ੍ਰੋਫੈਸਰ ਸਾਹਿਬ ਸਿੰਘ ਨੇ ਤਾਂ ਲਿਖਿਆ ਹੈ ਬਾਬਾ ਮੂਲ ਚੰਦ ਜੀ ਆ ਹੀ ਪਹੁੰਚੇ ਹੋਏ ਸਨ। ਪ੍ਰੋਫੈਸਰ ਸਾਹਿਬ ਸਿੰਘ ਨੇ ਤਾਂ ਲਿਖਿਆ ਹੈ ਬਾਬਾ ਮੂਲ ਚੰਦ ਜੀ ਆ ਹੀ ਪਹੁੰਚੇ ਹੋਏ ਸਨ। ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣੇ ਪਰਿਵਾਰ ਦੀ ਸੌਂਪਣੀ ਕਰ ਦਿੱਤੀ ਤੇ ਮੋਦੀਖਾਨਾ ਛੱਡਣ ਦਾ ਕਾਰਨ ਸਮਝਾ ਦਿੱਤਾ। ਇਹ ਕੁਦਰਤੀ ਗੱਲ ਸੀ ਕਿ ਸਾਰਾ ਪਰਿਵਾਰ ਇਸ ਲੰਮੇ ਵਿਛੋੜੇ ਤੇ ਵਿਆਕੁਲ ਹੋਏ, ਪਰ ਇਹ ਕੁਰਬਾਨੀ ਕਰਨੀ ਹੀ ਪੈਣੀ ਸੀ। ਭਾਈ ਵੀਰ ਸਿੰਘ ਜੀ ਇਸ ਸਮੇਂ ਦਾ ਵਰਣਨ ਕਰਦਿਆਂ ਲਿਖਦੇ ਹਨ, ਹੁਣ ਗੁਰੂ ਜੀ ਤਾਂ ਆਪਣੇ ਅਰਸ਼ੀ ਬਾਬਲ ਦੇ ਕੰਮ ਸ੍ਰਿਸ਼ਟੀ ਉਧਾਰ ਲਈ ਟੁਰ ਪਏ। ਬੀਬੀ ਜੀ ਨੂੰ ਵੀਰ ਵਿਛੋੜਾ ਇਸ ਪ੍ਰਕਾਰ ਉੱਚੇ ਵਿਰਾਗ ਵਿੱਚ ਰੱਖਦਾ, ਪਰ ਨਾਲ ਗ੍ਰਸਥ ਆਸ਼ਰਮ ਦੇ ਸਭ ਕੰਮ ਸਨ। ਸਭ ਤੋਂ ਪਹਿਲਾ ਕੰਮ ਸੀ ਉਹਨਾਂ ਦੇ ਪਰਿਵਾਰ ਦੀ ਸੰਭਾਲ, ਜੋ ਆਪ ਜੀ ਨੇ ਸ੍ਰੀ ਚੰਦ ਨੂੰ ਆਪਣੇ ਪਾਸ ਰੱਖ ਲਿਆ ਤੇ ਵੀਰ ਦੀ ਨਿਸ਼ਾਨੀ ਨੂੰ ਪਾਲਣ ਪੋਸਣ ਦਾ ਪਿਆਰ ਭਰਿਆ ਜ਼ਿੰਮਾ ਤੇ ਉਸ ਨੂੰ ਗੋਦੀ ਪਾ ਕੇ ਪੁੱਤਰ ਸਮਾਨ ਕਰ ਲਿਆ। ਬੀਬੀ ਨਾਨਕੀ ਜੀ ਸੁਲੱਖਣੀ ਜੀ ਤੇ ਲਖਮੀ ਦਾਸ ਨੂੰ ਵੀ ਪਾਸ ਰੱਖਣਾ ਚਾਹੁੰਦੇ ਸਨ, ਪਰ ਉਹ ਨਾ ਰਹੇ ਤੇ ਪੇਕੇ ਚਲੇ ਗਏ। ਡਾਕਟਰ ਮਹਿੰਦਰ ਕੌਰ ਗਿੱਲ ਨੇ ਲਿਖਿਆ ਹੈ ਕਿ ਬੇਬੇ ਨਾਨਕੀ ਨੇ ਵੀਰ ਦੇ ਤੁਰਨ ਸਮੇਂ ਆਖਿਆ, ਜੇ ਬਾਹਰ ਜਾਣਾ ਚਾਹੁੰਦੇ ਹੋ ਤਾਂ ਜਾਓ, ਮੈਂ ਭਰਜਾਈ ਤੇ ਭਤੀਜਿਆਂ ਦੀ ਪੂਰੀ ਤਰ੍ਹਾਂ ਰਾਖੀ ਕਰਾਂਗੀ। ਤੁਸੀਂ ਪਰਦੇਸ ਵਿੱਚ ਜਾ ਕੇ ਪਰਿਵਾਰ ਦੀ ਚਿੰਤਾ ਨਾ ਕਰਨਾ। ਗੁਰੂ ਨਾਨਕ ਨੇ ਉਸ ਸਮੇਂ ਭੈਣ ਨੂੰ ਆਖਿਆ, ਸਭ ਦਾ ਰਾਖਾ ਕਰਤਾ ਹੈ, ਤੁਸੀਂ ਸਾਰੇ ਪਰਿਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈਏ। ਰੱਬ ਦੀ ਤੁਹਾਡੇ ਉਮਰ ਖੁਸ਼ੀ ਹੈ। ਅੱਗੇ ਚੱਲ ਕੇ ਪ੍ਰਿੰਸੀਪਲ ਗਿੱਲ ਲਿਖਦੀ ਹੈ ਕਿ ਬੇਬੇ ਨਾਨਕੀ ਜਿਤਨੀ ਦੇਰ ਜੀਵੀ ਵੀਰ ਦੇ ਪਰਿਵਾਰ ਦੀ ਸਾਰ ਸੰਭਾਲ ਕਰਦੀ ਰਹੀ। ਅਸੀਂ ਛੋਟੇ ਹੁੰਦਿਆਂ ਸੁਣਦੇ ਸਾਂ ਤੇ ਖਾਸ ਕਰਕੇ ਕਵੀ ਤੇ ਕਵੀਸ਼ਰ ਸੁਣਾਉਂਦੇ ਹੁੰਦੇ ਸਨ ਕਿ ਜਦੋਂ ਗੁਰੂ ਨਾਨਕ ਪਹਿਲੀ ਉਦਾਸੀ ਲਈ ਸੁਲਤਾਨਪੁਰ ਤੋਂ ਚੱਲਣ ਲੱਗੇ ਤਾਂ ਮਾਤਾ ਸੁਲੱਖਣੀ ਦੋਹਾਂ ਪੁੱਤਰਾਂ ਨੂੰ ਲੈ ਕੇ ਰਾਹ ਵਿੱਚ ਖੜੀ ਹੋ ਗਈ ਤੇ ਪੁੱਛਣ ਲੱਗੀ ਕਿ ਸਾਡਾ ਕੀ ਕਰ ਚੱਲੇ ਹੋ। ਪਰ ਹੁਣ ਜਦੋਂ ਇਤਿਹਾਸ 'ਚੋਂ ਮਿਲਦੀ ਸਮੱਗਰੀ ਨੂੰ ਦੇਖਦੇ ਹਾਂ ਤਾਂ ਕਿਧਰੇ ਵੀ ਅਜਿਹਾ ਨਹੀਂ ਲਿਖਿਆ ਮਿਲਦਾ। ਕਿਧਰੇ ਵੀ ਪਤੀ ਦੇ ਪਰਦੇਸ ਤੁਰਨ ਸਮੇਂ ਮਾਤਾ ਸੁਲੱਖਣੀ ਦਾ ਵਰਲਾਪ ਨਹੀਂ ਲਿਖਿਆ। ਉਹ ਤਾਂ ਸ਼ਾਂਤ ਸੀ, ਉਹਨੂੰ ਸਮਝ ਆ ਚੁੱਕੀ ਸੀ ਕਿ ਉਹਦਾ ਪਤੀ ਗੁਰੂ ਨਾਨਕ ਉਹਦਾ ਹੀ ਨਹੀਂ ਸਾਰੇ ਸੰਸਾਰ ਦੀ ਫਿਕਰ ਕਰਨ ਵਾਲਾ ਹੈ, ਨਾਲੇ ਉਹ ਪਰਿਵਾਰ ਦੀ ਸੇਵਾ ਸੰਭਾਲ ਦਾ ਪ੍ਰਬੰਧ ਕਰਕੇ ਜਾ ਰਿਹਾ ਹੈ। ਬੇਬੇ ਨਾਨਕੀ ਤੇ ਭਾਈ ਜੈ ਰਾਮ ਜੀ ਅੱਗੜ ਪਿਛੜ 3 ਦਿਨਾਂ ਦੇ ਫਰਕ ਨਾਲ ਅਕਾਲ ਚਲਾਣਾ ਕਰ ਗਏ ਤਾਂ ਮਾਤਾ ਸੁਲੱਖਣੀ ਜੀ
ਆਪਣੇ ਵੱਡੇ ਸੁਪੁੱਤਰ ਸ੍ਰੀ ਚੰਦ ਨੂੰ ਵੀ ਆਪਣੇ ਨਾਲ ਬਟਾਲੇ ਲੈ ਗਈ। ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਵਾਪਸ ਆਏ ਤਾਂ ਪਹਿਲਾਂ ਸੁਲਤਾਨਪੁਰ ਲੋਧੀ ਪਹੁੰਚੇ, ਫਿਰ ਤਲਵੰਡੀ ਮਾਂ ਪਿਓ ਪਾਸ ਗਏ। ਉਸ ਪਿੱਛੋਂ ਪੱਖੋ ਕੇ ਆਪਣੇ ਸਹੁਰੇ ਪਿੰਡ ਗਏ। ਉੱਥੇ ਬਾਹਰ ਚੌਧਰੀ ਅਜੀਤੇ ਰੰਧਾਵੇ ਦੇ ਬਾਗ ਵਿੱਚ ਡੇਰੇ ਲਾਏ। ਉੱਥੇ ਹੀ ਆ ਕੇ ਪਹਿਲਾਂ ਸੱਸ ਸਹੁਰੇ ਨੂੰ ਮਿਲੇ ਤੇ ਫਿਰ ਦੋਹਾਂ ਸੁਪੁੱਤਰਾਂ ਸਮੇਤ ਮਾਤਾ ਸੁਲੱਖਣੀ ਜੀ ਨੂੰ ਵੀ ਆ ਕੇ ਮਿਲੇ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਦੱਸਿਆ ਕਿ ਉਹ ਰਾਵੀ ਦਰਿਆ ਦੇ ਕੰਢੇ ਨਵਾਂ ਨਗਰ ਕਰਤਾਰਪੁਰ ਵਸਾਉਣਾ ਚਾਹੁੰਦੇ ਹਨ ਤੇ ਜਦੋਂ ਨਗਰ ਉਸਰ ਗਿਆ ਤਾਂ ਪਰਿਵਾਰ ਨੂੰ ਉੱਥੇ ਲੈ ਜਾਣਗੇ। ਇਸੇ ਤਰ੍ਹਾਂ ਕੀਤਾ ਗਿਆ। ਜਦੋਂ ਕਰਤਾਰਪੁਰ ਵਸਾ ਲਿਆ ਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਮਾਤਾ ਸੁਲੱਖਣੀ ਤੇ ਦੋਹਾਂ ਪੁੱਤਰਾਂ ਨੂੰ ਉੱਥੇ ਬੁਲਾ ਲਿਆ। ਤਲਵੰਡੀ ਤੋਂ ਆਪਣੇ ਬਿਰਧ ਮਾਤਾ ਪਿਤਾ ਨੂੰ ਵੀ ਕਰਤਾਰਪੁਰ ਹੀ ਮੰਗਵਾ ਲਿਆ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਆ ਜਾਣ ਦੇ ਸਮਾਚਾਰ ਸੁਣ ਕੇ ਸੰਗਤਾਂ ਕਰਤਾਰਪੁਰ ਆਉਣ ਲੱਗ ਪਈਆਂ। ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਆ ਜਾਣ ਦੇ ਸਮਾਚਾਰ ਸੁਣ ਕੇ ਸੰਗਤਾਂ ਕਰਤਾਰਪੁਰ ਆਉਣ ਲੱਗ ਪਈਆਂ। ਗੁਰੂ ਨਾਨਕ ਤਾਂ ਦੂਜੀ ਉਦਾਸੀ ਤੇ ਚਲੇ ਗਏ, ਫਿਰ ਤੀਜੀ ਤੇ ਚੌਥੀ ਉਦਾਸੀ ਤੇ ਰਹੇ, ਪਰ ਜੋ ਵੀ ਪਿੱਛੇ ਕਰਤਾਰਪੁਰ ਆਉਂਦਾ ਮਾਤਾ ਸੁਲੱਖਣੀ ਉਹਨਾਂ ਦੀ ਸੇਵਾ ਸੰਭਾਲ ਕਰਦੀ। ਭਾਵੇਂ ਬਾਬਾ ਬੁੱਢਾ ਵਰਗੇ ਕਈ ਸਿੱਖ ਵੀ ਕਰਤਾਰਪੁਰ ਆ ਕੇ ਰਹਿਣ ਲੱਗ ਪਏ ਸਨ, ਪਰ ਲੰਗਰ ਦੀ ਸੇਵਾ ਦਾ ਸਾਰਾ ਕਾਰਜ ਮਾਤਾ ਸੁਲੱਖਣੀ ਜੀ ਦੇ ਸਪੁਰਦ ਹੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਪਿੱਛੋਂ ਪੱਕੇ ਤੌਰ ਤੇ ਕਰਤਾਰਪੁਰ ਆ ਟਿਕੇ ਤਾਂ ਹੱਥੀਂ ਕਿਰਤ ਕਰਨ ਦੀ ਪਰੰਪਰਾ ਨੂੰ ਜਾਰੀ ਰੱਖਦਿਆਂ ਖੇਤੀ ਵੀ ਆਪ ਕਰਨ ਲੱਗੇ। ਉਦੋਂ ਵੀ ਮਾਤਾ ਸੁਲੱਖਣੀ ਹੀ ਘਰ ਦੀ ਰਸੋਈ, ਲੰਗਰ ਤੋਂ ਛੁੱਟ ਡੰਗਰਾਂ ਦੀ ਸੇਵਾ ਸੰਭਾਲ ਵੀ ਆਪ ਕਰਦੀ। ਇਸੇ ਲਈ ਜਦੋਂ ਲਹਿਣਾ ਜੀ ਖਡੂਰ ਤੋਂ ਹੋ ਕੇ ਦੂਜੀ ਵਾਰ ਕਰਤਾਰਪੁਰ ਆਏ ਤਾਂ ਉਹਨਾਂ ਬੜੀ ਸੁੰਦਰ ਤੇ ਕੀਮਤੀ ਪੁਸ਼ਾਕ ਪਾਈ ਹੋਈ ਸੀ। ਉਸੇ ਪੁਸ਼ਾਕ ਨਾਲ ਖੇਤਾਂ ਵਿੱਚੋਂ ਉਹਨਾਂ ਨੂੰ ਚਿੱਕੜ ਚੋਂਦੀ ਘਾਹ ਦੀ ਪੰਡ ਚੁਕਾ ਦਿੱਤੀ ਗਈ, ਜਿਸ ਨਾਲ ਉਹਨਾਂ ਦੇ ਕੱਪੜੇ ਸਾਰੇ ਲਿਬੜ ਗਏ। ਘਰ ਪਹੁੰਚੇ ਤਾਂ ਮਾਤਾ ਸੁਲੱਖਣੀ ਨੂੰ ਇਹ ਹਾਲਤ ਦੇਖ ਕੇ ਬਹੁਤ ਦੁੱਖ ਲੱਗਾ। ਉਹਨਾਂ ਗੁਰੂ ਨਾਨਕ ਦੇਵ ਜੀ ਨੂੰ ਘਰ ਆਉਂਦਿਆਂ ਗਿਲਾ ਕੀਤਾ ਕਿ ਤੁਸੀਂ ਲਹਿਣਾ ਜੀ ਦੀ ਨਵੀਂ ਪੁਸ਼ਾਕ ਦਾ ਖਿਆਲ ਕਿਉਂ ਨਹੀਂ ਕੀਤਾ। ਇਸ ਘਟਨਾ ਤੋਂ ਮਾਤਾ ਸੁਲੱਖਣੀ ਜੀ ਦੇ ਕੋਮਲ ਅਹਿਸਾਸ ਦਾ ਅਨੁਭਵ ਹੋ ਸਕਦਾ ਹੈ। ਗੁਰੂ ਨਾਨਕ ਦੇਵ ਜੀ 1539 ਈਸਵੀ ਨੂੰ ਗੁਰਗੱਦੀ ਭਾਈ ਲਹਿਣਾ ਜੀ ਨੂੰ ਦੇ ਕੇ ਆਪ ਜੋਤੀ ਜੋਤ ਸਮਾ ਗਏ। ਇਹ ਬਿਲਕੁਲ ਗਲਤ ਪ੍ਰਚਾਰ ਹੈ ਕਿ ਉਸ ਸਮੇਂ ਮਾਤਾ ਸੁਲੱਖਣੀ ਜਾਂ ਕਿਸੇ ਹੋਰ ਨੇ ਪ੍ਰੋਟੈਸਟ ਕੀਤਾ ਹੈ। ਉਹ ਤਾਂ ਸਮਝ ਗਏ ਸਨ ਕਿ ਗੁਰਗੱਦੀ ਦਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਦੇਸ਼ ਦੇ ਦਿੱਤਾ ਸੀ ਕਿ ਉਹ ਖਡੂਰ ਪਿੰਡ ਚਲੇ ਜਾਣ ਤੇ ਉੱਥੇ ਰਹਿ ਕੇ ਹੀ ਗੁਰਤਾ ਦੀ ਜ਼ਿੰਮੇਵਾਰੀ ਤੇ ਕਾਰਜ ਨਿਭਾਉਣ। ਇਸ ਤੋਂ ਸਪਸ਼ਟ ਸੀ ਕਿ ਕਰਤਾਰਪੁਰ ਦਾ ਡੇਰਾ ਤੇ ਜ਼ਮੀਨ ਦਾ ਪ੍ਰਬੰਧ ਲਖਮੀ ਦਾਸ ਪਾਸ ਹੀ ਰਹਿਣਾ ਸੀ ਤੇ ਮਾਤਾ ਸੁਲੱਖਣੀ ਜੀ ਨੇ ਵੀ ਆਪਣੇ ਸੁਪੁੱਤਰ ਪਾਸ ਹੀ ਰਹਿ ਕੇ ਉਸ ਮਰਿਆਦਾ ਨੂੰ ਪ੍ਰਚਲਿਤ ਰੱਖਣਾ ਹੈ ਜੋ ਗੁਰੂ ਨਾਨਕ ਦੇਵ ਜੀ ਆਪ ਸ਼ੁਰੂ ਕਰ ਗਏ ਸਨ। ਇਹ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਕਰਤਾਰਪੁਰ ਵਿੱਚ ਕੀਰਤਨ ਤੇ ਸਤਸੰਗ ਦਾ ਪ੍ਰਵਾਹ ਮਾਤਾ ਸੁਲੱਖਣੀ ਜੀ ਹੀ ਚਲਾਉਂਦੇ ਰਹੇ। ਵੱਡਾ ਸੁਪੁੱਤਰ ਸ੍ਰੀ ਚੰਦ ਤਾਂ ਤਿਆਗੀ ਹੋ ਚੁੱਕਿਆ ਸੀ ਤੇ ਉਹਨੇ ਉਦਾਸੀ ਸੰਪਰਦਾਇ ਸ਼ੁਰੂ ਕਰ ਲਈ, ਪਰ ਉਹ ਪ੍ਰਚਾਰ ਗੁਰਮਤ ਦਾ ਹੀ ਕਰਦਾ ਰਿਹਾ। ਦੂਜਾ ਸੁਪੁੱਤਰ ਲਖਮੀ ਦਾਸ ਸੰਸਾਰੀ ਸੀ ਤੇ ਉਸਨੇ ਅੱਗੋਂ ਬੇਦੀ ਬੰਸ ਚਲਾਈ ਰੱਖੀ। ਕੁਝ ਸਾਲਾਂ ਪਿੱਛੋਂ ਮਾਤਾ ਸੁਲੱਖਣੀ ਜੀ ਵੀ ਅਕਾਲ ਚਲਾਣਾ ਕਰ ਗਈ ਤੇ ਕਰਤਾਰਪੁਰ ਵਿੱਚ ਹੀ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਪਰ ਕਿਸੇ ਇਤਿਹਾਸ ਦੇ ਲਿਖਾਰੀ ਨੇ ਮਾਤਾ ਸੁਲੱਖਣੀ ਦੇ ਅਕਾਲ ਚਲਾਣੇ ਦਾ ਸੰਨ ਨਹੀਂ ਦਿੱਤਾ, ਜਿਸ ਤਰ੍ਹਾਂ ਉਹਨਾਂ ਦੇ ਜਨਮ ਦਾ ਸੰਨ ਕਿਧਰੇ ਨਹੀਂ ਮਿਲਦਾ। ਇਤਿਹਾਸਕ ਲਿਖਤਾਂ ਚੋਂ ਮਾਤਾ ਸੁਲੱਖਣੀ ਬਾਰੇ ਬਹੁਤ ਘੱਟ ਲਿਖਿਆ ਮਿਲਦਾ ਹੈ।
ਫਿਰ ਉਹਨਾਂ ਦੀ ਸ਼ਖਸੀਅਤ, ਸੁਭਾਅ ਤੇ ਯੋਗਦਾਨ ਦਾ ਕਿਸੇ ਨੇ ਵੀ ਚਰਚਾ ਨਹੀਂ ਕੀਤਾ। ਉਹਨਾਂ ਦੀ ਮਹਾਨਤਾ ਤੇ ਵਿਸ਼ੇਸ਼ਤਾ ਦਾ ਵਰਣਨ ਤਾਂ ਦੂਰ ਦੀ ਗੱਲ ਹੈ। ਸਾਨੂੰ ਸਾਰੀਆਂ 2 ਦਰਜਨ ਪੁਸਤਕਾਂ ਦੇ ਅਧਿਐਨ ਵਿੱਚੋਂ ਕੇਵਲ ਇੱਕ ਥਾਂ ਮਾਤਾ ਸੁਲੱਖਣੀ ਬਾਰੇ ਲਿਖਿਆ ਦੇਖਣ ਵਿੱਚ ਆਇਆ ਹੈ। ਡਾਕਟਰ ਰਤਨ ਸਿੰਘ ਜੱਗੀ ਨੇ ਗੁਰੂ ਨਾਨਕ ਬਾਣੀ ਸੰਪਾਦਿਤ ਕਰਦਿਆਂ ਭੂਮਿਕਾ ਵਿੱਚ ਲਿਖਿਆ ਹੈ, ਇਸ ਯੁੱਗ ਪੁਰਸ਼ ਦੀ ਸੁਪਤਨੀ ਸੁਲੱਖਣੀ ਵੀ ਸ਼ੁਰੂ ਵਿੱਚ ਗੁਰੂ ਨਾਨਕ ਦਾ ਰਾਹ ਰੋਕਣ ਲਈ ਪਰਿਵਾਰਕ ਜ਼ਿੰਮੇਵਾਰੀਆਂ ਦੇ ਵਾਸਤੇ ਪਾਉਂਦੀ, ਪਰ ਆਖਰ ਉਸਨੇ ਵੀ ਸਥਿਤੀਆਂ ਨਾਲ ਸਮਝੌਤਾ ਕਰ ਲਿਆ ਅਤੇ ਗੁਰੂ ਜੀ ਦੇ ਮਹਾਨ ਅੰਦੋਲਨ ਦੀ ਪੂਰਕ ਬਣ ਗਈ। ਮਾਤਾ ਸੁਲੱਖਣੀ ਸਿੱਖ ਇਤਿਹਾਸ ਦਾ ਇੱਕ ਉਪੇਖਿਤ ਚਰਿੱਤਰ ਹੈ, ਜਿਸ ਨੇ ਆਪਣੀਆਂ ਖੁਸ਼ੀਆਂ, ਆਪਣਾ ਸੁੱਖ, ਆਪਣਾ ਸਰਵਸਵ ਹੋਮ ਕਰ ਦਿੱਤਾ, ਪਰ ਇੱਕ ਪਤੀ ਵਰਤਾ ਵਾਂਗ ਗੁਰੂ ਜੀ ਦੀ ਕਾਰਜ ਸਿੱਧੀ ਵਿੱਚ ਰੋੜਾ ਨਾ ਬਣੀ। ਸਾਡੀ ਸਾਰੀ ਖੋਜ ਇਤਿਹਾਸ ਬਾਰੇ ਮਿਲਦੀ ਸਮੱਗਰੀ ਦੀ ਪੁਣਛਾਣ ਤੇ ਨਿੱਜੀ ਅਨੁਮਾਨ ਲਗਾ ਕੇ ਮਾਤਾ ਸੁਲੱਖਣੀ ਜੀ ਦੀ ਜੀਵਨ ਕਰਨੀ ਬਾਰੇ ਇਸ ਸਿੱਟੇ ਤੇ ਪੁੱਜੇ ਹਾਂ ਕਿ ਉਹਨਾਂ ਦਾ ਜਨਮ 1473 ਈਸਵੀ ਦੇ ਲਗਭਗ ਹੋਇਆ। 14 ਕੁ ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਨਾਲ ਵਿਆਹ ਹੋਇਆ। 2 ਸੁਪੁੱਤਰਾਂ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਉਹਨਾਂ ਜਨਮ ਦਿੱਤਾ। ਉਦਾਸੀਆਂ ਤੇ ਗੁਰੂ ਨਾਨਕ ਦੇਵ ਦੇ ਜਾਣ ਤੋਂ ਪਹਿਲਾਂ 12 ਕੁ ਸਾਲ ਮਾਤਾ ਸੁਲੱਖਣੀ ਸੁਲਤਾਨਪੁਰ ਰਹੀ। ਇੱਥੇ ਉਹਨੇ ਗੁਰੂ ਨਾਨਕ ਨੂੰ ਸਮਝਿਆ ਤੇ ਉਹਨਾਂ ਦੀ ਪਤਨੀ ਹੀ ਨਹੀਂ, ਸ਼ਰਧਾਲੂ ਵੀ ਬਣ ਗਈ। ਗੁਰੂ ਨਾਨਕ ਦੇ ਘਰ ਵਿੱਚ ਚਲਾਏ ਲੰਗਰ ਵਿੱਚ ਉਹਨੇ ਸਾਰੀ ਉਮਰ ਸੇਵਾ ਕੀਤੀ। ਸਹਿਣਸ਼ੀਲਤਾ, ਸਬਰ, ਸੰਤੋਖ ਤੇ ਆਗਿਆ ਪਾਲਣ ਦੇ ਗੁਣਾਂ ਦੀ ਖੁਸ਼ਬੂ ਉਹਨਾਂ ਦੇ ਜੀਵਨ ਕਾਲ ਵਿੱਚ ਹੀ ਵੱਧ ਗਈ ਸੀ। ਗੁਰੂ ਨਾਨਕ ਦੀ ਪਹਿਲੀ ਉਦਾਸੀ ਸਮੇਂ ਕੁਝ ਸਮਾਂ ਸੁਲਤਾਨਪੁਰ ਤੇ ਫਿਰ ਬਟਾਲੇ ਆਪਣੇ ਪੇਕੇ ਘਰ ਰਹੀ। ਕਰਤਾਰਪੁਰ ਵਸਦਿਆਂ ਉਹ ਕਰਤਾਰਪੁਰ ਆ ਗਈ ਤੇ ਆਪਣੇ ਅੰਤਮ ਸਵਾਸਾਂ ਤੱਕ ਕਰਤਾਰਪੁਰ ਰਹਿ ਕੇ ਉਹਨੇ ਗੁਰੂ ਨਾਨਕ ਦੇ ਮਿਸ਼ਨ ਦੇ ਪ੍ਰਚਾਰ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ। ਡਾਕਟਰ ਰਤਨ ਸਿੰਘ ਜੱਗੀ ਦਾ ਨਿਰਣਾ ਤਾਂ ਇਹ ਹੈ ਕਿ ਮਾਤਾ ਸੁਲੱਖਣੀ ਗੁਰੂ ਨਾਨਕ ਦੀ ਕਾਰਜ ਸਿੱਧੀ ਵਿੱਚ ਰੋੜਾ ਨਾ ਬਣੀ, ਪਰ ਅਸੀਂ ਅਨੁਭਵ ਕਰਦੇ ਹਾਂ ਕਿ ਉਹ ਗੁਰੂ ਨਾਨਕ ਦੀ ਕਾਰਜ ਸਿੱਧੀ ਵਿੱਚ ਬਹੁਤ ਵੱਡੀ ਸਹਾਇਕ ਸੀ ਤੇ ਉਹਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਡਾਕਟਰ ਰਤਨ ਸਿੰਘ ਜੱਗੀ ਦਾ ਨਿਰਣਾ ਤਾਂ ਇਹ ਹੈ ਕਿ ਮਾਤਾ ਸੁਲੱਖਣੀ ਗੁਰੂ ਨਾਨਕ ਦੀ ਕਾਰਜ ਸਿੱਧੀ ਵਿੱਚ ਰੋੜਾ ਨਾ ਬਣੀ, ਪਰ ਅਸੀਂ ਅਨੁਭਵ ਕਰਦੇ ਹਾਂ ਕਿ ਉਹ ਗੁਰੂ ਨਾਨਕ ਦੀ ਕਾਰਜ ਸਿੱਧੀ ਵਿੱਚ ਬਹੁਤ ਵੱਡੀ ਸਹਾਇਕ ਸੀ ਤੇ ਉਹਦਾ ਯੋਗਦਾਨ ਬਹੁਤ ਮਹੱਤਵਪੂਰਨ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।